मेरा ख्याल कोई घर नहीं हैगा जिथे डेंगू का मरीज नहीं सीगा। हॉस्पिटलों का जिहड़ा अंकड़ा हैगा वो जिहड़ा हैगा वो बहुत थोड़ा, पर जिहड़े लोग घरां विच रहे जां जिन्हां ने हॉस्पिटल गए ही नहीं जां जिहड़े प्राइवेट हॉस्पिटलां ट्रीट करते रहे, ईवन अमृतसर के सारे प्राइवेट हॉस्पिटल दे विच डेंगू के मरीजों नाल बैड भर गए सी। ਤੇ ਡਾਕਟਰ ਸਾਹਿਬ ਦੀ ਕੋਈ ਸਾਇੰਟਿਫਿਕ ਸਟੱਡੀ ਕੀ ਬੱਕਰੀ ਦਾ ਦੁੱਧ ਪੀਏਗਾ ਤੇ ਪਲੇਟਲੈਟ ਵੱਧ ਜਾਣਗੇ? ਸਰ ਇਹਦੀ ਕੋਈ ਸਾਇੰਟਿਫਿਕ ਸਟੱਡੀ ਨਹੀਂ ਹੈਗੀ, ਨਾ ਨਾਰੀਅਲ ਪਾਣੀ ਦੀ ਕੋਈ ਸਟੱਡੀ ਹੈ, ਨਾ ਕੀਵੀ ਦੀ ਹੈ। ਕੀਵੀ ਤੇ ਡਰੈਗਨ ਫਰੂਟ ਆ ਨਾ ਜਿਹੜਾ, ਇਹ ਮਾਰਕੀਟਿੰਗ ਦਾ ਡਰਾਮਾ ਹੈਗਾ ਸਾਰਾ। ਸਰਕਾਰ ਦੀ ਜਿਹੜੀ ਪ੍ਰਾਇੋਰਟੀ ਹੈ ਉਹ ਐਕਚੁਅਲੀ ਬੜੀ ਵੱਖਰੀ ਕਿਸਮ ਦੀ ਹੈ। ਇਹ ਪੋਲਿਟੀ ਜਿਹੜੀ ਹੈ ਜਾਂ ਜਿਹੜਾ ਰਾਜਨੀਤਿਕ ਸਿਸਟਮ ਇਸ ਵੇਲੇ ਬਣ ਗਿਆ, ਉਹਨਾਂ ਦੇ ਵਾਸਤੇ ਹੈਲਥ, ਸਿਹਤ ਸੇਵਾਵਾਂ, ਐਜੂਕੇਸ਼ਨ, ਵਿਦਿਆ ਤੇ ਸਮਾਜ ਸੇਵਾ ਜੀ, ਇਹ ਪ੍ਰਾਇੋਰਟੀ ਹੈ ਹੀ ਨਹੀਂ। ਜਿਹੜੀ ਫੌਗਿੰਗ ਹੈ ਜੀ, ਉਹਦੇ ਲਈ ਸਪੈਸੀਫਿਕ ਦਵਾਈਆਂ ਨੇ ਜਿਹੜੀਆਂ ਇਸ ਮੱਛਰ ਨੂੰ ਮਾਰ ਸਕਣ, ਉਹ ਬੜੀਆਂ ਮਹਿੰਗੀਆਂ ਨੇ, ਉਹਦੀ ਤੇ ਕਰਦੇ ਨਹੀਂ। ਇਹ ਕੋਈ ਮਿੱਟੀ ਦਾ ਤੇਲ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਖੇਸਵਾਰ ਰਲਾ ਕੇ ਤੇ ਉਹਦਾ ਕਰ ਦਿੰਦੇ ਨੇ। ਜਿਹੜਾ 1 ਕਰੋੜ ਰੁਪਈਆ 1.5 ਕਰੋੜ ਰੁਪਈਆ ਲਾ ਕੇ ਡਾਕਟਰ ਬਣ ਕੇ ਆਵੇਗਾ, ਉਹ ਲੋਕਾਂ ਨੂੰ ਫ੍ਰੀ ਸੇਵਾ ਦੇ ਹੀ ਨਹੀਂ ਸਕਦਾ, ਕਿਉਂਕਿ ਉਹਦੇ ਪਿਓ ਜਾਂ ਹੋਰ ਜਾਂ ਉਹਦੇ ਤੇ ਫੈਮਿਲੀ ਪ੍ਰੈਸ਼ਰ ਇੰਨਾ ਹੁੰਦਾ ਬਈ ਹੁਣ ਤੂੰ ਪੈਸਾ ਕਮਾਉਣਾ। ਉਹ ਆਲਤੂ ਫਾਲਤੂ ਗੱਲਾਂ ਜਿਹੜੀਆਂ ਲਿਓਰਮੈਂਟ ਵਾਲੀਆਂ ਨੇ ਗੱਲਾਂ, ਉਹਦੇ ਵਾਸਤੇ ਸਰਕਾਰ ਬਿਆਨ ਦਿੰਦੀ ਰਹਿੰਦੀ ਹੈ, ਉਹਦੇ ਵਾਸਤੇ ਉਹ ਸਟੇਜ ਤੇ ਕਈ ਲੰਬੇ ਚੌੜੇ ਭਾਸ਼ਣ ਦਿੰਦੇ ਰਹਿੰਦੇ ਆ। ਪਰ ਜਦੋਂ ਉਹਨਾਂ ਸਿਹਤ ਦਾ ਸੈਕਟਰ ਆ ਜੇ, ਉਹ ਜੀ ਇਹ ਡਾਕਟਰ ਕਰਨਗੇ, ਇਹ ਫਲਾਣਾ ਕਰਨਗੇ। ਤੁਸੀਂ ਸਾਰਾ 4.5 ਸਾਲ ਕਹੀ ਗਏ ਹੋ ਖਜ਼ਾਨਾ ਖਾਲੀ ਹੈ, ਹੁਣ ਤੁਹਾਡਾ ਰਾਤੋਂ ਰਾਤ ਖਜ਼ਾਨਾ ਕਿੱਥੋਂ ਭਰ ਗਿਆ? ਉਹ ਚਾਹੁੰਦੇ ਨੇ ਵੀ ਇਹ ਜਿੱਦਾਂ ਦੇ ਹੈਗੇ ਮੂਰਖ ਇਸੇ ਤਰ੍ਹਾਂ ਹੀ ਮੂਰਖ ਰਹਿਣ ਤੇ ਸਾਡਾ ਹਲਵਾ ਮੰਡਾ ਚੱਲਦਾ ਰਹੇ। D4U न्यूज़ देख रहे तमाम दोस्तों को दीपक भंडारी का नमस्कार। पहले कोरोना और अब डेंगू की महामारी ने लोगों को परेशान कर रखा है। क्या वायरस इतने ताकतवर हो गए हैं कि या फिर हमारी सरकारों की इंतजामात इतने ठीक नहीं है कि हमें इन तमाम वायरसों से बचाया जा सके? इसी को लेकर हम बात करेंगे कि क्या हमारी सेहत सेवाएं अप टू मार्क हैं, जितनी सेहत सेवाएं होनी चाहिए उतनी हैं या नहीं, जनसंख्या के हिसाब से क्या सेहत सेवाएं बढ़ी या घटी, इन तमाम चीज़ों को लेकर हम बात करेंगे। आज हमारे साथ हैं प्रोफेसर रह चुके हैं ये आयु विभाग के डॉक्टर बलजीत सिंह ढिल्लों, इसके अलावा PCMS एसोसिएशन के 6 साल तक ये प्रधान रहे हैं, उसके अलावा मेडिकल एंड डेंटल टीचर एसोसिएशन के ये 18 साल तक प्रधान और जनरल सेक्रेटरी रह चुके हैं। सत श्री अकाल डॉक्टर साहब, D4U न्यूज़ चैनल ਤੁਹਾਡਾ डॉक्टर साहब स्वागत है। थैंक यू जी, मेहरबानी। डॉक्टर साहब, डेंगू ਅਸੀਂ ਜੇ ਕਹੀਏ ਘਰ ਘਰ ਡੇਂਗੂ ਹੈ, ਡੇਂਗੂ ਨੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ। ਪਹਿਲਾ ਸਵਾਲ ਇਹ ਹੈ ਕਿ ਸਰ ਡੇਂਗੂ ਹਰ ਸਾਲ ਆਉਂਦਾ ਹੈ, ਕੀ ਸਰਕਾਰਾਂ ਸਾਡੀ ਸਰਕਾਰ ਪੰਜਾਬ ਸਰਕਾਰ ਡੇਂਗੂ ਨੂੰ ਲੈ ਕੇ ਤਿਆਰ ਸੀ? ਜੋ ਅਹਤਿਆਤ ਵਰਤਣੇ ਚਾਹੀਦੇ ਆ, ਕਿਆ ਉਹ ਪ੍ਰੀਵੈਂਟਿਵ ਮੇਜਰ ਲੈ ਗਏ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਵਾਸਤੇ ਜਾਂ ਨਹੀਂ? ਭੰਡਾਰੀ ਸਾਹਿਬ, ਇਸ ਤਰ੍ਹਾਂ ਹੈ ਕਿ ਜਿਹੜਾ ਡੇਂਗੂ ਹੈ ਜਾਂ ਮਲੇਰੀਆ ਬੁਖਾਰ ਆ ਜਾਂ ਇਹਦੇ ਨਾਲ ਹੋਰ ਜਿਹੜੀਆਂ ਵਾਟਰ ਬਾਉਂਡ ਡਿਜ਼ੀਜ਼ ਨੇ, ਇਹ ਬਰਸਾਤ ਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਆਪਸ ਵਿੱਚ ਰਿਸ਼ਤਾ ਹੈ ਤੇ ਇਹ ਹਰ ਸਾਲ ਹੀ ਇਹਨਾਂ ਨੇ ਆਉਣਾ ਹੁੰਦਾ। ਕਦੇ ਇਹਨਾਂ ਦਾ ਨੰਬਰ ਵੱਧ ਜਾਂਦਾ ਤੇ ਕਦੇ ਘਟ ਜਾਂਦਾ। ਪਰ ਇਸ ਸਾਲ ਕੀ ਹੋਇਆ ਕਿ ਬਾਰਿਸ਼ ਜਾਂ ਜਿਹੜੀ ਬਾਰ-ਬਾਰ ਪੈਂਦੀ ਰਹੀ, ਰੁਕ ਕੇ ਫੇਰ ਪੈਂਦੀ ਰਹੀ, ਸੋ ਜਿਹੜਾ ਇਹ ਸਾਰਾ ਵਰਖਾ ਰੁੱਤ ਦਾ ਸੀਜ਼ਨ ਸੀ ਇਹ ਬੜਾ ਲੰਬਾ ਹੋ ਗਿਆ। ਐਂਡ ਉਸ ਤੋਂ ਨਾਲ ਹੀ ਲੇਟ ਹੋਣ ਕਰਕੇ ਜਦੋਂ ਸਾਡਾ ਕੋਵਿਡ ਦਾ ਵੀ ਚੱਲ ਰਿਹਾ ਸੀਗਾ, ਸਰਕਾਰ ਦਾ ਹੋ ਸਕਦਾ ਧਿਆਨ ਉੱਧਰ ਵੀ ਹੋਵੇ, ਪਰ ਇਹ ਡੇਂਗੂ ਐਤਕਾਂ ਜ਼ਿਆਦਾ ਦੇਰ ਬਰਸਾਤ ਹੋਣ ਕਰਕੇ ਬੜੀ ਮਤਲਬ ਸੀਰੀਅਸ ਤੌਰ ਦੇ ਉੱਤੇ ਆਮ ਜਨਤਾ ਦੇ ਵਿੱਚ ਆਇਆ। ਐਂਡ ਮੇਰੇ ਇੱਥੋਂ ਆਪਣੇ ਜਿਹੜੇ ਇਲਾਕੇ 'ਚ ਅਸੀਂ ਰਹਿੰਦੇ ਹਾਂ, ਇੱਥੇ ਮੇਰਾ ਖਿਆਲ ਕੋਈ ਘਰ ਨਹੀਂ ਹੈਗਾ ਜਿੱਥੇ ਡੇਂਗੂ ਦਾ ਮਰੀਜ਼ ਨਹੀਂ ਸੀਗਾ। ਈਵਨ ਮੈਂ ਆਪ ਤੇ ਮੇਰੀ ਸੁਪਤਨੀ ਅਸੀਂ ਦੋਵਾਂ ਨੂੰ ਡੇਂਗੂ ਹੋਇਆ। ਅੱਛਾ ਡਾਕਟਰ ਸਾਹਿਬ, ਸਰਕਾਰੀ ਆંકੜੇ ਦੱਸਦੇ ਆ ਕਿ ਪੰਜਾਬ 'ਚ ਅਸੀਂ ਗੱਲ ਕੀਤੀ ਵੀ 20 ਤੋਂ 21 ਹਜ਼ਾਰ ਦੇ ਵਿੱਚ ਨੇ ਡੇਂਗੂ ਦੇ ਕੇਸ, ਤੇ ਅੰਮ੍ਰਿਤਸਰ ਦੀ ਜੇ ਗੱਲ ਕਰੀਏ ਕਿਹਾ ਜਾ ਰਿਹਾ ਹੈ ਵੀ ਕਰੀਬ 1600 ਤੇ 65 ਕੇਸ ਜਿਹੜੇ ਆ ਅੰਮ੍ਰਿਤਸਰ 'ਚ ਡੇਂਗੂ ਦੇ ਆਏ ਅੱਜ ਤੱਕ। ਹਾਂ ਸਰ, ਇਹ ਸਰਕਾਰੀ ਅੰਕੜੇ ਨੇ, ਪਰ ਤੁਸੀਂ ਇਹ ਵੇਖੋ ਜੇ ਥੋੜਾ ਜਿਹਾ ਆਪਾਂ ਇਹਨੂੰ ਬੈਕਗਰਾਊਂਡ ਦੇ ਵਿੱਚ ਵੇਖੀਏ ਤੇ ਅਸੀਂ ਜਿਹੜੇ ਅੱਡਿਆਂ ਦੇ ਉੱਤੇ ਪਿੰਡਾਂ ਦੇ ਵਿੱਚ ਜਾਂ ਹੋਰ ਕਿਤੇ ਜਾ ਕੇ ਵੇਖੀਏ,
ਉੱਥੇ ਉਹਨਾਂ ਕੋਲ ਘੱਟੋ ਘੱਟ 30 25 40 ਮਰੀਜ਼ ਜਿਹੜੇ ਨੇ ਮੰਜਿਆਂ ਦੇ ਉੱਤੇ ਪਏ ਆ ਜਿਨ੍ਹਾਂ ਨੂੰ ਗਲੂਕੋਜ਼ ਲੱਗਾ ਹੋਇਆ, ਮਤਲਬ ਸਰ ਆਰਐਮਪੀ ਜਿਹਨਾਂ ਆਰਐਮਪੀ ਜਾਂ ਜਿਹੜੇ ਅਨਟ੍ਰੇਨਡ ਡਾਕਟਰ ਕਹਿ ਲਾਂਗੇ। ਹਸਪੀਟਲਾਂ ਦਾ ਜਿਹੜਾ ਅੰਕੜਾ ਹੈਗਾ ਉਹ ਜਿਹੜਾ ਹੈਗਾ ਉਹ ਬਹੁਤ ਥੋੜਾ, ਪਰ ਜਿਹੜੇ ਲੋਕੀ ਘਰਾਂ ਵਿੱਚ ਰਹੇ ਜਾਂ ਜਿਨ੍ਹਾਂ ਨੇ ਹਸਪੀਟਲ ਗਏ ਹੀ ਨਹੀਂ ਜਾਂ ਜਿਹੜੇ ਪ੍ਰਾਈਵੇਟ ਹਸਪੀਟਲਾਂ ਟ੍ਰੀਟ ਕਰਦੇ ਰਹੇ, ਈਵਨ ਅੰਮ੍ਰਿਤਸਰ ਦੇ ਸਾਰੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਡੇਂਗੂ ਦੇ ਮਰੀਜ਼ਾਂ ਨਾਲ ਬੈੱਡ ਭਰ ਗਏ ਸੀ। ਡਾਕਟਰ ਸਾਹਿਬ ਅਸੀਂ ਵੀ ਕਈ ਜਗ੍ਹਾ ਤੇ ਹਾਂ, ਗੱਲ ਕੀਤੀ ਤੁਸੀਂ ਵੀ ਦੇਖਿਆ ਹੋਏਗਾ। ਲੋਕ ਮੇਰੇ ਮਦਰ ਨੂੰ ਖੁਦ ਡੇਂਗੂ ਹੋਇਆ ਸੀ। ਸੋ ਕਹਿਣ ਦਾ ਭਾਵ ਇਹ ਹੈਗਾ ਵੀ ਸਰਕਾਰ ਦੇ ਅੰਕੜੇ ਬੜੇ ਥੋੜੇ ਤੇ ਨਾਸਕ ਨੇ, ਇਹ ਠੀਕ ਨਹੀਂ ਹੈਗੇ। ਤੇ ਡਾਕਟਰ ਸਾਹਿਬ ਕੀ ਅੰਕੜਿਆਂ ਨੂੰ ਲੁਕਾਇਆ ਜਾ ਰਿਹਾ ਵੀ ਤਾਂ ਕਿ ਲੋਕਾਂ 'ਚ ਇੱਕ ਮੈਸੇਜ ਨਹੀਂ, ਨਾ ਸਰਕਾਰ ਦਾ ਅਸਲ ਵਿੱਚ ਸਿਹਤ ਸੇਵਾਵਾਂ ਵੱਲ ਧਿਆਨ ਹੀ ਕੋਈ ਨਹੀਂ ਹੈਗਾ। ਉਹ ਅੰਕੜੇ ਲਕਾਉਣੇ ਉਹਨਾਂ ਕੀ ਆ, ਉਹ ਤੇ ਆਂਦੇ ਵੀ ਘੱਟ ਤੋਂ ਘੱਟ ਦੱਸੋ ਬਈ, ਘੱਟ ਤੋਂ ਘੱਟ ਦੱਸੋ, ਘੱਟ ਤੋਂ ਘੱਟ ਦੱਸੋ। ਜਿਵੇਂ ਆਂਦੇ ਹੁੰਦੇ ਸੀ ਵੀ ਫੈਮਿਲੀ ਪਲਾਨਿੰਗ ਦੇ ਕੇਸ ਵੱਧ ਤੋਂ ਵੱਧ ਲਿਖਾਓ, ਵੱਧ ਤੋਂ ਵੱਧ ਲਿਖਾਓ, ਤੇ ਡੇਂਗੂ ਤੇ ਕੋਵਿਡ ਦੇ ਕੇਸ ਆ ਇਹਨਾਂ ਨੂੰ ਲਿਖਾਓ। ਅੱਛਾ, ਜਿਵੇਂ ਡਾਕਟਰ ਸਾਹਿਬ ਤੁਸੀਂ ਕਿਹਾ ਵੀ ਪ੍ਰਾਇੋਰਟੀਜ਼ ਨਹੀਂ ਹੈਲਥ ਦੀ, ਜਦ ਕਿ ਡਾਕਟਰ ਸਾਹਿਬ ਜਿਹੜੇ ਦੇਸ਼ ਦੇ ਵਿੱਚ ਹੈਲਥ ਜਾਂ ਐਜੂਕੇਸ਼ਨ ਪ੍ਰਾਇੋਰਟੀ ਨਹੀਂ ਹੈ ਉਹਦਾ ਭਵਿੱਖ ਜਿਹੜਾ ਉਹ ਖਰਾਬ ਹੋਣਾ ਤੈਅ ਹੈ ਜੀ, ਬਿਲਕੁਲ 100%। ਸਰਕਾਰ ਦੀ ਜਿਹੜੀ ਪ੍ਰਾਇੋਰਟੀ ਆ ਉਹ ਐਕਚੁਅਲੀ ਬੜੀ ਵੱਖਰੀ ਕਿਸਮ ਦੀ ਹੈ। ਇਹ ਪੋਲਿਟੀ ਜਿਹੜੀ ਹੈ ਜਾਂ ਜਿਹੜਾ ਰਾਜਨੀਤਿਕ ਸਿਸਟਮ ਇਸ ਵੇਲੇ ਬਣ ਗਿਆ, ਉਹਨਾਂ ਦੇ ਵਾਸਤੇ ਹੈਲਥ, ਸਿਹਤ ਸੇਵਾਵਾਂ, ਐਜੂਕੇਸ਼ਨ, ਵਿੱਦਿਆ ਤੇ ਸਮਾਜ ਸੇਵਾ ਜੀ, ਇਹ ਪ੍ਰਾਇੋਰਟੀ ਹੈ ਹੀ ਨਹੀਂ, ਕਿਉਂਕਿ ਇਹਨਾਂ ਸਾਰਿਆਂ ਨੇ ਫੰਡ ਲੈਣਾ ਤੇ ਇਹ ਫੰਡ ਵਾਸਤੇ ਜਿਹੜੇ ਪੈਸੇ ਨੇ ਉਹ ਸਰਕਾਰ ਕੋਲ ਆਉਣੇ ਆ, ਤੇ ਸਰਕਾਰ ਇਸ ਵਾਸਤੇ ਕੰਸਰਨਡ ਹੀ ਨਹੀਂ ਹੈਗੀ। ਉਹਨਾਂ ਦੇ ਹਰ ਸਾਲ ਜਿਹੜਾ 4.5% ਸਿਹਤ ਸੇਵਾਵਾਂ ਦਾ ਬਜਟ ਹੁੰਦਾ ਸੀ ਉਹ ਬਾਅਦ ਚ 2.5 ਹੋ ਗਿਆ, ਫਿਰ 1.5% ਰਹਿ ਗਿਆ। ਪਾਪੂਲੇਸ਼ਨ ਵੱਧ ਰਹੀ ਹੈ, 3 ਕਰੋੜ ਤੇ ਪਹੁੰਚ ਗਈ, ਪਰ ਬੈੱਡ 18,000 19,000 ਤੋਂ ਵਧਿਆ ਹੀ ਨਹੀਂ ਕੋਈ ਸਾਰਾ। ਅੱਛਾ, ਸਰਕਾਰੀ ਹਸਪਤਾਲਾਂ 'ਚ ਸਿਰਫ 18-19,000 ਬੈੱਡ 18-19,000 ਬੈੱਡ, 3 ਕਰੋੜ ਦੀ ਪਾਪੂਲੇਸ਼ਨ 3 ਕਰੋੜ ਦੀ ਪਾਪੂਲੇਸ਼ਨ ਹੈਗੀ ਆ। ਤੇ ਜਿਹੜੇ ਸਰਕਾਰੀ ਅੰਕੜਿਆਂ ਮੁਤਾਬਕ ਸਰਕਾਰੀ ਹਸਪੀਟਲ ਦੇ ਵਿੱਚ ਜਿਹੜੇ ਬੈੱਡ ਨੇ, ਤੇ ਇਹ ਡਾਕਟਰ ਸਾਹਿਬ ਅੰਕੜਾ ਵਾਕਈ ਠੀਕ ਹੈ ਕਿ ਇਹਦੇ 'ਚ ਵੀ ਹੇਰ-ਫੇਰ ਹੈ ਜੀ? ਇਹ ਅੰਕੜਾ ਠੀਕ ਆ। ਤੇ ਡਾਕਟਰ ਸਾਹਿਬ ਕਿਆ ਦੇਖੋ, ਜਿਵੇਂ ਤੁਸੀਂ ਦੱਸਿਆ ਜਨਸੰਖਿਆ ਵਧਣ ਦੇ ਨਾਲ ਹੈਲਥ ਸੇਵਾਵਾਂ ਸਰਕਾਰ ਨੇ ਵਧਾਉਣੀਆਂ ਚਾਹੀਦੀਆਂ, ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਲੋਕਾਂ ਦਾ ਸਰਕਾਰ ਕੋਈ ਵੀ ਲੀਡਰ ਉਹ ਸਰਕਾਰ ਆਂਦੀ ਹੈ ਉਹਦਾ ਵਾਅਦੇ ਤੇ ਹੀ ਕੀਤੇ ਜਾਂਦੇ ਨਾ ਜੀ, ਅਸੀਂ ਲੋਕਾਂ ਦਾ ਧਿਆਨ ਰੱਖਾਂਗੇ, ਬਿਲਕੁਲ ਲੋਕਾਂ ਦੇ ਫਾਇਦੇ ਲਈ ਗੱਲ ਕਰਾਂਗੇ। ਤੇ ਜੇ ਲੋਕਾਂ ਦਾ ਸਭ ਤੋਂ ਪਹਿਲਾ ਫਾਇਦਾ ਤੇ ਲੋਕਾਂ ਨੂੰ ਐਜੂਕੇਟ ਕਰਨਾ, ਜਿਹੜਾ ਕਿ ਐਜੂਕੇਸ਼ਨ ਦਾ ਸਿਸਟਮ ਜੋ ਹੈ ਉਹ ਸਭ ਨੂੰ ਪਤਾ ਕਿ ਕੀ ਹਾਲਾਤ ਹੋ ਚੁੱਕੇ ਕੀ ਹਾਲਾਤ ਨੇ। ਦੂਸਰਾ ਹੈਲਥ ਹੈ, ਮਤਲਬ ਇਹ ਦੋਨੋਂ ਹੀ ਡਾਕਟਰ ਸਾਹਿਬ ਜਿਹੜੀਆਂ ਜੋ ਹੋਣੀ ਚਾਹੀਦੀ ਹੈ ਉਹ ਤੁਹਾਨੂੰ ਕੀ ਲੱਗ ਰਿਹਾ ਕਿ ਉਹ ਨਹੀਂ? ਕਿਉਂਕਿ ਤੁਸੀਂ ਲੰਬਾ ਸਮਾਂ ਸਰਕਾਰੀ ਨੌਕਰੀ ਕੀਤੀ ਹੈ, ਜਦੋਂ ਤੁਸੀਂ ਪੜ੍ਹੇ ਸੀ ਉਦੋਂ ਸਰਕਾਰੀ ਸਕੂਲਾਂ ਦਾ ਹਾਲਾਤ ਦੇਖ ਲਓ, ਤੇ ਅੱਜ ਦੀ ਡੇਟ ਦੀ ਅਸੀਂ ਗੱਲ ਕਰੀਏ ਸਰਕਾਰੀ ਸਕੂਲਾਂ ਦੀ ਤੇ ਉਹਨਾਂ ਦੇ ਹਾਲਾਤ ਦੇਖ ਲਓ, ਜਾਂ ਜਦੋਂ ਤੁਸੀਂ ਪੜ੍ਹੇ ਸੀ ਉਦੋਂ ਮੇਰਾ ਖਿਆਲ ਪ੍ਰਾਈਵੇਟ ਸੈਕਟਰ ਦੇ ਵਿੱਚ ਹਸਪਤਾਲ ਹੀ ਕੋਈ ਟਾਵਾਂ ਹਸਪਤਾਲ ਹੋਣਾ। ਅੰਮ੍ਰਿਤਸਰ ਦੇ ਵਿੱਚ ਉਦੋਂ ਸਿਰਫ ਇੱਕ ਪ੍ਰਾਈਵੇਟ ਹਸਪੀਟਲ ਸੀਗਾ, ਉਹ ਵੀ ਸਚਦੇਵਾ ਜੀ ਜਦੋਂ ਰਿਟਾਇਰ ਹੋਏ ਪ੍ਰਿੰਸੀਪਲ, ਕੱਕੜ ਹਸਪੀਟਲ ਬਣਿਆ। ਬਾਕੀ ਸਾਰੇ ਜਿੰਨੇ ਸੀਗੇ ਉਹ ਸਰਕਾਰੀ ਹਸਪੀਟਲ ਦੇ ਵਿੱਚ ਜਾਂ ਮੈਡੀਕਲ ਕਾਲਜ ਦੇ ਵਿੱਚ ਹੀ ਲੋਕ ਆਉਂਦੇ ਸੀ। 1977 ਦੇ ਵਿੱਚ ਮੈਂ ਸਰਵਿਸ ਜੁਆਇਨ ਕੀਤੀ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਤੇ ਉਦੋਂ ਸਾਡੀਆਂ ਰੂਰਲ ਏਰੀਆ ਦੇ ਵਿੱਚ ਜਿਹੜੀਆਂ ਸੇਵਾਵਾਂ ਸੀ ਉਹ ਮੱਚ ਬੈਟਰ ਸੀ। ਦਵਾਈ ਵੀ ਫ੍ਰੀ ਮਿਲਦੀ ਸੀ, ਪ੍ਰਾਇਮਰੀ ਹੈਲਥ ਸੈਂਟਰਾਂ ਡਾਕਟਰ ਰਹਿੰਦੇ ਸੀ, ਡਿਸਪੈਂਸਰੀਆਂ 'ਚ ਡਾਕਟਰ ਰਹਿੰਦੇ ਸੀਗੇ, ਤੇ ਉੱਥੇ ਹੀ ਰਹਿੰਦੇ ਸੀ ਕਿਉਂਕਿ ਉਹ ਆਮ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਸੀ। ਤੇ ਇਹ ਸਰਕਾਰ ਨੇ ਹੌਲੀ ਹੌਲੀ ਇਹ ਪ੍ਰਾਇੋਰਟੀ ਪ੍ਰਾਈਵੇਟ ਸੈਕਟਰ ਵੱਲ ਨੂੰ ਪ੍ਰਾਇੋਰਟੀ ਉਹਨਾਂ ਦੀ ਵੱਧਦੀ ਗਈ। ਉਹਦੇ 'ਚ ਆਪਣਾ ਹਿੱਸਾ ਰੱਖ ਲਿਆ। ਇਹ ਤੇ ਪਤਾ ਨਹੀਂ ਵੀ ਉਹਨਾਂ ਦਾ ਕੀ ਹਿੱਸਾ ਜਾਂ ਕਿਸੇ ਲੈਵਲ ਦੇ ਉੱਤੇ, ਕਿਉਂਕਿ ਪ੍ਰਾਈਵੇਟ ਹਸਪੀਟਲ ਨੂੰ ਇਨਾਗੂਰੇਟ ਕਰਨ ਲਈ ਬਹੁਤ ਛੇਤੀ ਜਾਂਦੇ ਆ, ਸਰਕਾਰੀ ਹਸਪਤਾਲ ਨੂੰ ਨਹੀਂ ਕਰਦੇ। ਫਿਰ ਜਿਹੜੀ ਕਿ ਸਮੇਂ ਦੇ ਨਾਲ ਸਮਾਂ-ਬੱਧ ਅਪਡੇਟ ਹੋਣੀਆਂ ਚਾਹੀਦੀਆਂ ਸੇਵਾਵਾਂ। ਅੱਛਾ ਡਾਕਟਰ ਸਾਹਿਬ, ਜਿਵੇਂ ਡੇਂਗੂ ਘਰ ਹੈ ਜੀ, ਡਾਕਟਰ ਸਾਹਿਬ ਤੁਸੀਂ ਜਿਵੇਂ ਦੱਸਿਆ ਤੁਹਾਨੂੰ ਵੀ ਹੋ ਗਿਆ, ਤੁਹਾਡੇ ਮੈਡਮ ਨੂੰ ਵੀ ਹੋ ਗਿਆ ਸੀਗਾ, ਮੇਰੇ ਮਦਰ ਵੀ ਡੇਂਗੂ ਨਾਲ ਪੋਜ਼ਿਟਿਵ ਆ ਗਏ ਹਨ। ਤੇ ਡਾਕਟਰ ਸਾਹਿਬ ਇਹ ਡੇਂਗੂ ਬੇਸਿਕਲੀ ਇਹ ਵਾਟਰ ਬੌਰਨ ਡਿਜ਼ੀਜ਼ ਹੈ, ਤੇ ਇਹ ਆਈ ਕਿੱਥੋਂ ਤੇ ਲੋਕਾਂ ਨੂੰ ਅਸੀਂ ਚਾਹੁੰਦੇ ਹਾਂ ਵੀ ਦੱਸੋ ਵੀ ਕਦੋਂ ਲੋਕਾਂ 'ਚ ਡਰ ਬਹੁਤ ਹੈ। ਦੇਖੋ ਜਦੋਂ ਜਿਹਨੂੰ ਪਤਾ ਲੱਗਦਾ ਹੈ ਸਭ ਤੋਂ ਪਹਿਲੇ ਤੇ ਪਲੇਟਲੈਟਸ ਹਰ ਬੰਦੇ ਨੂੰ ਅੱਜ ਕਾਊਂਟ ਘਟ ਗਿਆ ਜੀ, ਨੈਚੁਰਲੀ ਕਾਊਂਟ ਘਟਣਾ ਹੀ ਹੈ ਜਾਂ ਇਹਦੇ ਨਾਲ ਹੋਰ ਵੀ ਕੁਝ ਇੰਡੀਕੇਸ਼ਨਸ ਹੈਗੀਆਂ ਜਿਨ੍ਹਾਂ ਦਾ ਲੋਕ ਧਿਆਨ ਰੱਖਣ, ਕਿਉਂਕਿ ਡਰ ਹੈ ਨਾ ਜੀ, ਡਰ ਨੂੰ ਪਣਾਇਆ ਜਾਂਦਾ, ਲੋਕ ਡਰ ਬੜਾ ਜਾਂਦੇ ਨੇ, ਫਿਰ ਉਹ ਹਸਪਤਾਲਾਂ 'ਚ ਭੱਜਦੇ ਨੇ। ਤੇ ਹਸਪਤਾਲਾਂ 'ਚ ਤੇ ਵੇਖੋ ਜੀ, ਡੇਂਗੂ ਦੇ ਨਾਲ 3 ਗੱਲਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤੇ ਬੜਾ ਤੇਜ਼ ਬੁਖਾਰ ਹੁੰਦਾ,
ਉਸ ਤੋਂ ਬਾਅਦ ਬੰਦੇ ਦੇ ਅੰਦਰ ਪਾਣੀ ਦੀ ਘਾਟ ਹੋ ਜਾਂਦੀ, ਡੀਹਾਈਡਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਜੀ। ਤੇ ਤੀਸਰੀ ਗੱਲ ਹੈ ਕਿ ਉਹਨੂੰ ਵੀਕਨੈਸ ਬੜੀ ਹੋ ਜਾਂਦੀ ਆ, ਸਾਰੀ ਬਾਡੀ 'ਚ ਪੇਨਸ ਹੋਣ ਲੱਗ ਜਾਂਦੀਆਂ ਬੁਖਾਰ ਦੇ ਨਾਲ, ਤੇ ਉਸ ਤੋਂ ਬਾਅਦ ਸੈੱਲ ਘਟਣੇ ਸ਼ੁਰੂ ਹੋ ਜਾਂਦੇ ਆ। ਜਿਹੜੇ ਸੈੱਲ ਘਟਣ ਦੇ ਵਿੱਚ ਜਦੋਂ ਪਲੇਟਲੈਟ ਬਹੁਤ ਘਟ ਜਾਂਦੇ ਨੇ ਤੇ ਉਦੋਂ ਉਹਦੇ ਨਾਲ ਅੰਦਰ ਖੂਨ ਰਿਸਣ ਲੱਗ ਜਾਂਦਾ ਵੱਖ-ਵੱਖ ਥਾਵਾਂ ਤੇ, ਬੁੱਟਾਂ ਚੋਂ, ਨੱਕ ਚੋਂ ਜਾਂ ਖੁਰਾਕ ਵਾਲੀ ਨਾਲੀ ਦੇ ਵਿੱਚ, ਤੇ ਉਹ ਇੱਕ ਖਤਰਨਾਕ ਫਾਰਮ ਹੁੰਦੀ ਹੈ ਡੇਂਗੂ ਦੀ। ਅੱਛਾ ਡਾਕਟਰ ਸਾਹਿਬ, ਇਹ ਕਿਉਂ ਘਟਦਾ ਜੀ? ਕਿਉਂਕਿ ਪਲੇਟਲੈਟ ਰਿਸਣਾ ਸ਼ੁਰੂ ਹੋ ਜਾਂਦਾ, ਕਿਉਂਕਿ ਪਲੇਟਲੈਟ ਘਟ ਜਾਂਦੇ ਆ। ਜਿਹੜਾ ਵਾਇਰਸ ਹੈ, ਜਿਹੜਾ ਮੱਛਰ ਰਾਹੀਂ, ਜਦੋਂ ਮੱਛਰ, ਇਹ ਡੇ ਟਾਈਮ ਮੱਛਰ ਹੈ, ਡੇਂਗੂ ਦਾ ਮੱਛਰ ਹੈ ਜਿਹੜਾ, ਇਹ ਦਿਨ ਵੇਲੇ ਲੜਦਾ। ਸਵੇਰੇ ਕਹਿ ਲਓ ਤੁਸੀਂ 7 ਵਜੇ ਤੋਂ ਲੈ ਕੇ 9-10 ਵਜੇ ਤੱਕ, ਤੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ। ਤੇ ਲੜਦਾ ਕਿੱਥੇ ਆ? ਸਾਡੇ ਪਾਰਕ ਦੇ ਵਿੱਚ, ਜਾਂ ਸਾਡੇ ਲਾਨ ਦੇ ਵਿੱਚ, ਜਾਂ ਆਊਟਡੋਰ, ਜਿੱਥੇ ਪਾਣੀ ਖੜਾ ਪਾਣੀ ਰਹਿ ਜਾਂਦਾ, ਜਿੱਥੇ ਪਾਣੀ ਖੜਾ ਹੁੰਦਾ, ਜਾਂ ਜਿੱਥੇ ਕੂਲਰ ਹੈ ਜਾਂ ਉਹਦੇ 'ਚ ਪਾਣੀ ਹੈਗਾ, ਜਾਂ ਟੋਕੜੀਆਂ ਪਾਣੀ ਦੀਆਂ ਬਰਸਾਤ ਕਰਕੇ ਹੈਗੀਆਂ ਨੇ, ਜਾਂ ਕੋਈ ਟਾਇਰ ਪਏ ਆ, ਟੁੱਟੇ ਭੱਜੇ ਭਾਂਡੇ ਪਏ ਆ, ਜਿਹੜਾ ਜੀ ਸਾਫ਼ ਪਾਣੀ, ਇਹ ਫਰੈਸ਼ ਵਾਟਰ ਮੱਛਰ ਹੈਗਾ, ਫਰੈਸ਼ ਵਾਟਰ। ਤੇ ਇਹ ਸਾਫ਼ ਪਾਣੀ ਤੇ ਮੱਛਰ ਪੈਦਾ ਹੁੰਦਾ। ਉੱਥੇ ਜਦੋਂ ਇਹ ਬੈਠ ਕੇ ਆਂਡੇ ਦੇ ਦਿੰਦਾ, ਤੇ ਜਿਹੜੀ ਇਹਦੇ ਚੋਂ ਫੀਮੇਲ ਹੁੰਦੀ ਹੈ, ਜਿਹਨੂੰ ਅਸੀਂ ਐਡੀਜ਼ ਇਜਿਪਟੀ, ਹਾਂ ਐਡੀਜ਼ ਇਜਿਪਟੀ ਕਹਿੰਦੇ ਆ, ਉਹਨੂੰ ਕਹਿੰਦੇ ਆ, ਉਹਦਾ ਜਿਹੜੀ ਫੀਮੇਲ ਆ ਉਹਨੇ ਐਗ ਲੇ ਕਰਨੇ ਹੁੰਦੇ ਆ, ਇਸ ਕਰਕੇ ਉਹ ਜਿਹੜੀ ਆ ਬੰਦੇ ਦਾ ਬਲੱਡ ਸੱਕ ਕਰਦੀ ਹੈ ਆਂਡਿਆਂ ਨੂੰ ਪੈਦਾ ਕਰਨ ਵਾਸਤੇ। ਮਤਲਬ ਉਹਨੂੰ ਪ੍ਰੋਟੀਨ ਚਾਹੀਦਾ ਹੁੰਦਾ ਹਾਂ, ਉਹਨੂੰ ਪ੍ਰੋਟੀਨ ਉਹ ਬਲੱਡ ਚੋਂ ਉਹਨੂੰ ਮਿਲਦਾ, ਤੇ ਉੱਥੋਂ ਉਹ ਫਿਰ ਅੱਗੇ ਅੱਗੇ ਮਲਟੀਪਲਾਈ ਹੁੰਦਾ। ਇਹ ਵਾਇਰਸ ਜਦੋਂ ਬਾਡੀ ਦੇ ਅੰਦਰ ਚਲੇ ਜਾਂਦਾ ਮੱਛਰ ਦੇ ਕੱਟਣ ਦੇ ਨਾਲ, ਇਹ ਬੜੀ ਤੇਜ਼ੀ ਨਾਲ ਫੈਲਦਾ। ਤੇ ਜਿਹੜੀਆਂ ਸਾਡੀਆਂ ਪਲੇਟਲੈਟ ਹੁੰਦੇ ਨੇ, ਜਾਂ ਸਾਡੇ ਚਿੱਟੇ ਸੈੱਲ ਹੁੰਦੇ ਆ ਨਾ, ਉਹ ਇਹਦੀ ਖੁਰਾਕ ਹੁੰਦੇ ਆ। ਜਦੋਂ ਉਹਦੀ ਖੁਰਾਕ ਹੈ, ਉਹ ਵਾਇਰਸ ਦੀ ਖੁਰਾਕ ਹੈ, ਹਾਂ, ਵਾਇਰਸ ਦੀ ਖੁਰਾਕ ਪਲੇਟਲੈਟ ਨੇ। ਜਦੋਂ ਪਲੇਟਲੈਟ ਨੇ ਤੇ ਵਾਇਰਸ ਦੀ ਖੁਰਾਕ, ਤੇ ਬਾਕੀ ਜਿਹੜੇ ਪੱਠੇ ਨੇ ਸਾਡੇ ਸਾਰੇ, ਇਹਨਾਂ ਚੋਂ ਪ੍ਰੋਟੀਨ, ਇਹ ਦੋ ਚੀਜ਼ਾਂ ਵਾਇਰਸ ਨੂੰ ਚਾਹੀਦੀਆਂ ਹੁੰਦੀਆਂ। ਉਹ ਜਦੋਂ ਮਲਟੀਪਲਾਈ ਕਰਦਾ, ਫਿਰ ਪਲੇਟਲੈਟ ਘਟਣੇ ਸ਼ੁਰੂ ਹੋ ਜਾਂਦੇ। ਅੱਛਾ ਡਾਕਟਰ ਸਾਹਿਬ, ਇਹਦਾ ਕੋਈ ਦੇਖੋ ਖਾਸ ਇਲਾਜ, ਜਿਵੇਂ ਤੁਸੀਂ ਦੱਸਿਆ ਵੀ ਇੱਕ ਦਿਨ ਵੇਲੇ ਘਟਦਾ ਹੈ, ਤੇ ਬਹੁਤ ਚਰਚਾਵਾਂ ਨੇ, ਲੋਕ ਮਿਥਸ ਨੇ, ਸਾਇੰਟੀਫਿਕ ਸਟੱਡੀ ਉਹਦੀ ਪਤਾ ਨਹੀਂ, ਤੁਹਾਨੂੰ ਜ਼ਿਆਦਾ ਬੈਟਰ ਹੋਏਗਾ। ਲੋਕ ਕਹਿੰਦੇ ਜੀ ਬੱਕਰੀ ਦਾ ਦੁੱਧ ਪਿਲਾ ਦਿਓ, ਬੱਕਰੀ ਦਾ ਦੁੱਧ, ਮੇਰਾ ਖਿਆਲ ਜਿਨ੍ਹਾਂ ਕੋਲ ਬੱਕਰੀਆਂ ਹੈ ਉਹ ਤਾਂ ਬਹੁਤ ਸਿਫਾਰਿਸ਼ਾਂ ਨਾਲ ਲਾਈਨ ਲੱਗ ਕੇ ਦੁੱਧ ਵਿਕ ਰਿਹਾ ਉਹਨਾਂ ਦਾ। ਬੱਕਰੀਆਂ ਦੀ ਮੈਂ ਤੁਹਾਨੂੰ ਦੱਸਦਾ, 2-3 ਸਾਲ ਦੀ ਗੱਲ ਆ, ਕਿਸੇ ਨੂੰ ਦੁੱਧ ਦੀ ਲੋੜ ਸੀ, ਤੇ ਉਹ ਕਹਿੰਦੇ ਜੀ ਬੱਕਰੀ ਦਾ ਦੁੱਧ ਲਿਆਓ। ਇੱਥੇ ਪਿੰਡ ਕਿਆਂਪੁਰ ਹੈ ਰਾਜਾ ਸਾਂਸੀ ਦੇ ਕੋਲ, ਉੱਥੇ ਕੋਈ ਬੱਕਰੀਆਂ ਵਾਲਾ ਸੀ, ਉਹਦੇ ਕੋਲ ਗਏ ਤੇ ਉਹਨੂੰ ਪੁੱਛਿਆ ਵੀ ਸਾਨੂੰ ਦੁੱਧ ਚਾਹੀਦਾ। ਉਹ ਕਹਿੰਦਾ ਵੀ ਸਾਡੇ ਤੇ ਇੱਕ ਪ੍ਰਾਈਵੇਟ ਹਸਪੀਟਲ ਦੇ ਡਾਕਟਰ ਨੇ ਰਿਜ਼ਰਵ ਕਰਾਇਆ। ਅੱਛਾ। ਤੇ ਅਸੀਂ, ਸਾਡਾ 10-15 ਲੀਟਰ ਦੁੱਧ ਹੁੰਦਾ, ਵਾਹ ਬੱਕਰੀਆਂ ਸਨ, ਤੇ ਅਸੀਂ ਤੇ ਸਾਰਾ ਦਾ ਸਾਰਾ ਉਹਨੂੰ ਦੇ ਦਿੰਨੇ ਆ। ਉਹਨੇ ਠੇਕਾ ਕੀਤਾ ਹੋਇਆ ਵੀ ਇੰਨੇ 100 ਕਿਲੋ ਦਾ ਮੈਂ ਦਊਂ ਤੁਹਾਨੂੰ, ਤੇ ਸਾਰਾ ਉਹਨੇ, ਡਾਕਟਰ ਨੇ ਜਿੱਥੇ ਬੰਦੇ ਨੂੰ ਦਵਾਈ ਦੇਣੀ, ਨਾਲ ਅੱਧਾ ਲੀਟਰ ਉਹਨੇ ਦੁੱਧ ਦੀ ਬੋਤਲ ਵੀ ਦੇ ਦੇਣੀ। ਤੇ ਡਾਕਟਰ ਸਾਹਿਬ ਦੀ ਕੋਈ ਸਾਇੰਟੀਫਿਕ ਸਟੱਡੀ ਕੀ ਬੱਕਰੀ ਦਾ ਦੁੱਧ ਪੀਏਗਾ ਤੇ ਪਲੇਟਲੈਟ ਵੱਧ ਜਾਣਗੇ? ਸਰ, ਇਹਦੀ ਕੋਈ ਸਾਇੰਟੀਫਿਕ ਸਟੱਡੀ ਨਹੀਂ ਹੈਗੀ, ਨਾ ਨਾਰੀਅਲ ਪਾਣੀ ਦੀ ਕੋਈ ਸਟੱਡੀ ਹੈ, ਨਾ ਕੀਵੀ ਦੀ ਹੈ। ਕੀਵੀ ਤੇ ਡਰੈਗਨ ਫਰੂਟ ਆ ਨਾ ਜਿਹੜਾ, ਇਹ ਮਾਰਕੀਟਿੰਗ ਦਾ ਡਰਾਮਾ ਹੈਗਾ ਸਾਰਾ। ਅੱਛਾ, ਤਾਂ ਹੀ ਮਾਰਕੀਟ 'ਚ ਮਹਿੰਗੇ ਬੜੇ ਹੋ ਜਾਂਦੇ। ਹਾਂ, ਸਾਡੇ ਦੇਸ਼ 'ਚ ਹੁੰਦਾ ਨਹੀਂ, ਇਹ ਬਾਹਰਲੇ ਦੇਸ਼ਾਂ 'ਚ ਹੁੰਦਾ, ਦਾ ਨਾਰਥਰਨ ਈਸਟਰਨ ਸਟੇਟ ਦੇ ਵਿੱਚ, ਚਾਈਨਾ ਦੇ ਨਾਲ ਲੱਗਦੇ ਜਿਹੜੇ, ਉੱਥੇ ਕੁਝ ਹੁੰਦਾ। ਤੇ ਉਹ ਡਰੈਗਨ ਫਰੂਟ ਤੇ ਕੀਵੀ ਉਹ ਖਾਓ ਜੀ। ਗੱਲ ਹੈ ਵੀ ਉਹਦੇ 'ਚ ਵਿਟਾਮਿਨ ਸੀ ਜ਼ਿਆਦਾ ਹੁੰਦਾ, ਤੇ ਵਿਟਾਮਿਨ ਸੀ ਤੇ ਸਾਨੂੰ ਮੌਸੰਮੀ ਤੋਂ ਮਿਲ ਜਾਂਦਾ, ਸੰਤਰੇ ਤੋਂ ਮਿਲ ਜਾਂਦਾ, ਕਿੰਨੂ ਤੋਂ ਮਿਲ ਜਾਂਦਾ, ਤੇ ਮਾਲਟੇ ਤੋਂ ਮਿਲ ਜਾਂਦਾ, ਤੇ ਉਹ ਸਾਡੇ ਕੋਲ ਹੁੰਦਾ ਵੀ ਇਨ ਅਬੰਡੈਂਸ ਹੈ। ਤੇ ਅਸੀਂ ਉਹ ਕਿਉਂ ਨਾ ਸਸਤਾ ਖਾਈਏ? ਜਿਹੜੀਆਂ 40 ਰੁਪਏ ਕਿਲੋ ਮੌਸੰਮੀ ਹੈਗੀ ਆ, ਅਸੀਂ 40 ਰੁਪਏ ਦਾ ਇੱਕ ਉੱਥੋਂ ਲੈ ਕੇ ਆਉਨੇ ਆ, ਤੇ ਨਾਲ ਸ਼ੂਗਰ ਵਧਾ ਦਿੰਦਾ ਉਹ। ਸ਼ੂਗਰ ਤੇ ਉਹਨੇ ਵਧਾਉਣੀ ਆ, ਮਿੱਠਾ ਹੁੰਦਾ। ਉਹ ਵਿਟਾਮਿਨ ਸੀ ਦੀ ਗੋਲੀ ਵੀ ਅਸੀਂ ਖਾ ਸਕਦੇ ਆ। ਸੋ ਉਹਦਾ ਕੋਈ ਸਾਇੰਟੀਫਿਕ ਇਸ਼ੂ ਨਹੀਂ। ਹਾਂ, ਨਾਰੀਅਲ ਪਾਣੀ ਦੇ ਵਿੱਚ ਇਲੈਕਟ੍ਰੋਲਾਈਟ ਹੁੰਦੇ ਨੇ, ਮਤਲਬ ਜਿਹੜੇ ਲੂਣ ਨੇ, ਸੋਡੀਅਮ, ਪੋਟਾਸ਼ੀਅਮ ਜਾਂ ਹੋਰ ਉਹ ਹੁੰਦੇ ਨੇ, ਉਹ ਸਾਡੀ ਘਾਟ ਪੂਰਾ ਕਰਦਾ। ਜੇ ਬੰਦਾ 3 ਤੋਂ 4 ਲੀਟਰ ਪਾਣੀ ਪੀ ਜਾਵੇ ਡੇਂਗੂ ਦੇ ਵਿੱਚ, ਭਾਵੇਂ ਔਖਾ ਹੋਵੇ ਭਾਵੇਂ ਸੌਖਾ ਹੋਵੇ, ਦਿਨ ਵਿੱਚ 24 ਘੰਟੇ 'ਚ 3 ਤੋਂ 4 ਲੀਟਰ, ਕਿਉਂਕਿ ਸਵੈਟਿੰਗ ਵੀ ਹੋਣੀ ਹੈ, ਬੁਖਾਰ ਵੀ ਹੋਣਾ, ਸਾਹ ਵੀ ਤੇਜ਼ ਹੋਣਾ, ਤੇ ਬੜੀ ਜਲਦੀ ਦੇ ਨਾਲ ਬੰਦਾ ਡੀਹਾਈਡਰੇਸ਼ਨ 'ਚ ਜਾਂਦਾ, ਪਾਣੀ ਦੀ ਘਾਟ ਹੋ ਜਾਂਦੀ, ਪਾਣੀ ਦੀ ਘਾਟ ਹੋ ਜਾਂਦੀ ਹੈ। ਉਹਦੇ ਵਾਸਤੇ ਪਾਣੀ ਪੀ ਚੱਲੋ, ਜਾਂ ਇਲੈਕਟ੍ਰੋਲਾਈਟ ਆਪਣੇ ਮਿਲਦੇ ਨੇ ਪੈਕਟ,
ਇਲੈਕਟਰਲ ਪਾਊਡਰ। ਤੇ ਡਾਕਟਰ ਸਾਹਿਬ ਇਹ ਕਿਹਾ ਜਾਂਦਾ ਡੇਂਗੂ ਦੀ ਕੋਈ ਨਾ ਕੋਈ ਵੈਕਸੀਨ ਹੈ ਨਾ ਕੋਈ ਦਵਾਈ ਹੈ, ਤੇ ਡਾਕਟਰ ਸਾਹਿਬ ਇਹਦੇ ਵਿੱਚ ਦੇਣਾ ਕੀ ਹੈ? ਦੇਖੋ ਨਾ, ਕਿਉਂਕਿ ਲੋਕ ਬਹੁਤ ਜ਼ਿਆਦਾ ਡਰ ਜਾਂਦੇ ਨੇ। ਪਹਿਲੇ ਤਾਂ ਉਹਨੂੰ ਡਰਾ ਦਿੱਤਾ ਜਾਂਦਾ ਜੀ ਤੇਰੇ ਇੰਨੇ ਸੈੱਲ ਘਟ ਗਏ, ਤੇ ਹੁਣ ਤਾਂ ਨਵੀਂ ਸਟੱਡੀ ਆ ਗਈ ਵੀ ਕਿ ਕਹਿੰਦੇ ਵੀ 10,000 ਤੇ ਵੀ ਜੇ ਉਹਨੂੰ ਪਲੇਟਲੈਟ ਰਹਿ ਜਾਂਦੇ ਨੇ 10,000 ਵੀ, ਤੇ ਜੇ ਉਹਨੂੰ ਕੋਈ ਸਿੰਪਟਮ ਨਹੀਂ ਹੈ ਤੇ ਵਾਚ ਕਰਦੇ ਆ ਤੇ 10,000 ਤੋਂ ਬਾਅਦ ਉਹਨੂੰ ਪਲੇਟਲੈਟ ਚੜਾਉਂਦੇ। ਪਰ ਕਈ ਦੇਖਿਆ ਗਈ ਵੀ 50,000 ਰਹਿ ਗਏ ਤੇ ਚਲਾ ਦਿਓ, ਕਿਉਂਕਿ ਉਹ ਮਾਰਕੀਟਿੰਗ ਹੈ ਵੀ ਸਾਰੀ। ਪਹਿਲੀ ਮਾਰਕੀਟਿੰਗ ਹੈ, ਦੂਜਾ ਡਰ ਹੈ, ਤੀਜਾ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਤੇ ਐਕਸਪਲੋਇਟ ਕਰਕੇ ਪੈਸੇ ਸਾਡੇ ਕੋਲੋਂ ਖਿੱਚਣੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ। ਨੰਬਰ 1। ਨੰਬਰ 2 ਇਹ ਹੈ ਕਿ ਜੇ ਅਸੀਂ ਬੰਦੇ ਦੀ ਡੀਹਾਈਡਰੇਸ਼ਨ ਨਹੀਂ ਹੋਣ ਦਿੰਦੇ, ਉਹਦਾ ਬੁਖਾਰ ਆ ਜਿਹੜਾ ਉਹ ਪੈਰਾਸੀਟਾਮੋਲ ਜਾਂ ਕਰੋਸੀਨ ਦੇ ਨਾਲ, ਸਿੰਪਲ ਦਵਾਈ ਦੇ ਨਾਲ ਉਹਦਾ ਅਸੀਂ 100 ਦੇ ਲਾਗੇ ਚਾਗੇ ਰੱਖਦੇ ਹਾਂ ਤੇ ਡੀਹਾਈਡਰੇਸ਼ਨ ਵੀ ਘੱਟ ਹੋਏਗੀ। ਸੋ ਉਹ ਜਿਹੜੇ ਫਲੂਇਡ ਨੇ ਨਾ, ਲੱਸੀ ਆ ਜਿਵੇਂ ਉਹ ਪੀ ਸਕਦਾ, ਪਾਣੀ ਪੀ ਸਕਦਾ, ਇਲੈਕਟਰਲ ਪਾਊਡਰ ਪਾ ਕੇ ਪਾਣੀ ਪੀ ਸਕਦਾ, ਪਰ ਉਹਨੇ 3 ਤੋਂ 4 ਲੀਟਰ ਉਹਨੂੰ ਪਾਣੀ ਪੀਣਾ ਹੀ ਚਾਹੀਦਾ। ਤੇ ਡਾਕਟਰ ਸਾਹਿਬ ਇਹਨੂੰ ਡੇਂਗੂ ਠੀਕ ਹੁੰਦਾ ਕਿੰਨੇ ਦਿਨ ਲੈਂਦਾ? ਵੇਖੋ ਡੇਂਗੂ ਜਿਹੜਾ ਨਾ, ਜਦੋਂ ਬੁਖਾਰ ਤੁਹਾਡਾ ਠੀਕ ਹੋ ਗਿਆ ਉਹਦੇ ਤੋਂ ਬਾਅਦ ਕਈ ਵਾਰ ਪਲੇਟਲੈਟ ਘਟਣ ਲੱਗਦੇ ਨੇ। ਇਸ ਕਰਕੇ ਸਾਨੂੰ ਧਿਆਨ ਰੱਖਣਾ ਚਾਹੀਦਾ ਜ਼ਰੂਰ, ਪਰ ਇਹ 5 ਤੋਂ 7 ਦਿਨ ਤੇ ਬੁਖਾਰ ਰਹਿੰਦਾ, ਉਸ ਤੋਂ ਬਾਅਦ ਵੀਕਨੈਸ ਬੜੀ ਹੋ ਜਾਂਦੀ ਤੇ ਰਿਕਵਰੀ ਕਰਦੇ ਕਈ ਵਾਰ 3 ਹਫ਼ਤੇ ਵੀ ਲੱਗ ਜਾਂਦੇ ਆ। ਜੀ ਹਾਂਜੀ। ਤੇ ਡਾਕਟਰ ਸਾਹਿਬ ਦੇਖੋ ਡੇਂਗੂ ਹਰ ਸਾਲ ਆਉਂਦਾ ਹੈ, ਤੁਹਾਨੂੰ ਕੀ ਲੱਗਦਾ ਕਿ ਸਰਕਾਰ ਦੀਆਂ ਤਿਆਰੀਆਂ ਹੈਗੀਆਂ? ਜਿਵੇਂ ਫੌਗਿੰਗ, ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ, ਕੋਈ ਕਹਿੰਦਾ ਫੌਗਿੰਗ ਹੋਈ ਹੈ, ਤੁਹਾਨੂੰ ਕੀ ਲੱਗਦਾ ਕਿ ਫੌਗਿੰਗ ਹੋਈ ਹੈ ਤੇ ਕਿਆ ਉਹ ਸਾਇੰਟੀਫਿਕ ਨਹੀਂ ਹੈ, ਮਤਲਬ ਕੋਈ ਅਸਰਦਾਰ ਨਹੀਂ ਰਹਿ ਗਈ ਹੁਣ? ਜਿਹੜੀ ਫੌਗਿੰਗ ਹੈ ਜੀ, ਉਹਦੇ ਲਈ ਸਪੈਸੀਫਿਕ ਦਵਾਈਆਂ ਨੇ ਜਿਹੜੀਆਂ ਇਸ ਮੱਛਰ ਨੂੰ ਮਾਰ ਸਕਣ, ਉਹ ਬੜੀਆਂ ਮਹਿੰਗੀਆਂ ਨੇ, ਉਹਦੀ ਤੇ ਕਰਦੇ ਨਹੀਂ। ਇਹ ਕੋਈ ਮਿੱਟੀ ਦਾ ਤੇਲ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਖੇਸਵਾਰ ਰਲਾ ਕੇ ਤੇ ਉਹਦਾ ਕਰ ਦਿੰਦੇ ਨੇ, ਮਤਲਬ ਹੋ ਗਈ ਜੀ ਹੋ ਗਈ ਫੌਗਿੰਗ। ਉਹ ਉਹਨਾਂ ਦਾ ਮੋਟਰਸਾਈਕਲ ਜਾਂ ਭੱਜਾ ਜਾਂਦਾ ਸੜਕ ਦੇ ਉੱਤੇ ਫਿਰ ਕੇ ਚਲੇ ਜਾਂਦਾ, ਤੇ ਮੱਛਰ ਦੇ ਹੋਣਾ ਲਾਨ ਦੇ ਵਿੱਚ ਜਾਂ ਪਾਰਕ ਦੇ ਵਿੱਚ ਉੱਥੇ ਫੌਗਿੰਗ ਹੀ ਨਹੀਂ ਹੋਣੀ। ਸੋ ਇਹ ਨਾ ਸਿਰਫ ਸਾਈਕੋਲੋਜੀਕਲ ਡਰਾਮਾ ਹੈਗਾ, ਨੰਬਰ 1। ਨੰਬਰ 2 ਇਹ ਆ ਵੀ ਲੋਕਾਂ ਨੂੰ ਇਹ ਚਾਹੀਦਾ ਜਦੋਂ ਡੇਂਗੂ ਦੇ ਕੇਸ ਸ਼ੁਰੂ ਹੀ ਹੁੰਦੇ ਆ ਨਾ, ਉਦੋਂ ਹੀ ਉਹ ਆਪਣੇ ਫੁੱਲ ਸਲੀਵ ਕੱਪੜੇ ਪਾਉਣ, ਪੈਰੀਂ ਜਰਾਬਾਂ ਪਾਉਣ ਤੇ ਸਵੇਰੇ ਤੇ ਸ਼ਾਮ ਨੂੰ ਬਾਹਰ ਨਾ ਨਿਕਲਣ, ਨੰਬਰ 1। ਨੰਬਰ 2 ਜਦੋਂ ਵੀ ਉਹਨਾਂ ਸੌਣਾ, ਭਾਵੇਂ ਉਹਨਾਂ ਦੇ ਜਾਲੀਆਂ ਲੱਗੀਆਂ ਸਾਰਾ ਕੁਝ ਆ, ਮੱਛਰਦਾਨੀ ਲਾ ਕੇ ਸੌਂ, ਜਿਹੜੀ ਕਿ ਆਪਾਂ ਪੁਰਾਣੀ ਲਾ ਕੇ ਸੌਂਦੇ ਹੁੰਦੇ ਸੀ। ਨਹੀਂ ਡਾਕਟਰ ਸਾਹਿਬ ਤੁਸੀਂ ਇਹ ਦੱਸਿਆ ਵੀ ਰਾਤ ਨੂੰ ਤਾਂ ਕੱਟਦਾ ਹੀ ਨਹੀਂ ਮੱਛਰ। ਨਹੀਂ, ਪਰ ਉਹ ਮੱਛਰ ਅੰਦਰ ਆ ਵੜਦੇ ਨਾ ਜਿਹੜੇ ਦਿਨ ਵਾਲੇ, ਕੋਈ ਨਾ ਕੋਈ, ਉਹਦੇ ਤੋਂ ਤੇ ਬਚਾਅ ਹੋ ਜਾਏਗਾ ਜੇ ਤੁਸੀਂ ਸੁੱਤੇ ਹੋਵੋਗੇ। ਤੇ ਜਿਹੜੇ ਮੱਛਰ ਦਿਨ ਵੇਲੇ ਤੁਹਾਡੇ ਅੰਦਰ ਆ ਜਾਂਦੇ ਆ, ਜਿੱਥੇ ਕੋਈ ਜਾਲੀਆਂ ਜਾਂ ਬਾਰੀ ਖੁੱਲੀ ਰਹਿ ਗਈ ਜਾਂ ਹੋਰ ਆ, ਉਹ ਕੱਢ ਸਕਦੇ ਨੇ, ਉਹਦੇ ਲਈ ਤੁਸੀਂ ਮੱਛਰਦਾਨੀ ਲਾਓ ਜ਼ਰੂਰ। ਤੇ ਡਾਕਟਰ ਸਾਹਿਬ ਮਤਲਬ ਜਿਵੇਂ ਤੁਸੀਂ ਕਿਹਾ ਵੀ ਜਿਹੜੀ ਸਰਕਾਰ ਦੀ ਪ੍ਰਾਇੋਰਟੀਜ਼ ਨਹੀਂ ਰਹਿ ਗਈ, ਹੈਲਥ, ਜਨਸੰਖਿਆ ਵੱਧ ਗਈ, ਬਿਲਕੁਲ ਸਿਹਤ ਸੇਵਾਵਾਂ ਘਟ ਗਈਆਂ, ਤੇ ਡਾਕਟਰ ਸਾਹਿਬ ਇਹ ਹੋਣਾ ਕੀ ਚਾਹੀਦਾ ਤੇ ਹੈਗਾ ਕੀ ਹੈ? ਦੇਖੋ ਹੋਣਾ ਇਹ ਚਾਹੀਦਾ ਵੀ ਇਹ ਸਾਰੀਆਂ ਜਿਹੜੀਆਂ ਨਾ ਡਿਜ਼ੀਜ਼ ਨੇ, ਜਿਹੜੀਆਂ ਪ੍ਰੀਵੈਂਟੇਬਲ ਨੇ ਜਾਂ ਜਿਨ੍ਹਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ, ਉਹਦੇ ਵਾਸਤੇ ਸਾਡੇ ਸਾਰੇ ਮੈਡੀਕਲ ਕਾਲਜਾਂ 'ਚ ਸੋਸ਼ਲ ਐਂਡ ਪ੍ਰੀਵੈਂਟਿਵ ਮੈਡੀਸਿਨ ਹੈਗੀ ਆ, ਡਿਪਾਰਟਮੈਂਟ ਹੈਗਾ ਜੀ। ਪਬਲਿਕ ਹੈਲਥ ਦਾ ਜਿਹੜਾ ਇਸ਼ੂ ਹੈ ਉਹ ਬੜਾ ਵੱਡਾ ਆ, ਸਿਵਲ ਸਰਜਨ ਦਫ਼ਤਰ ਦੀ ਇਹ ਮੇਨ ਡਿਊਟੀ ਹੈ ਜੀ। ਉਸ ਤੋਂ ਬਾਅਦ ਕਾਰਪੋਰੇਸ਼ਨ ਦੀ ਡਿਊਟੀ ਹੈ ਜੀ। ਜਦੋਂ ਸਾਡੇ ਇੱਕਾ ਦੁੱਕਾ ਕੇਸ ਹੁੰਦੇ ਆ, ਉਦੋਂ ਹੀ ਸਾਨੂੰ ਸਤਰਕ ਹੋ ਜਾਣਾ ਚਾਹੀਦਾ। ਐਡਮਿਨਿਸਟ੍ਰੇਸ਼ਨ ਨੂੰ, ਮਿਊਨਿਸਪਲ ਕਾਰਪੋਰੇਸ਼ਨ ਨੂੰ, ਮਿਊਨਿਸਪਲ ਕਮੇਟੀ ਨੂੰ, ਲੋਕਾਂ ਨੂੰ ਐਜੂਕੇਟ ਕਰੋ, ਸਪੀਕਰ ਤੇ ਬੋਲੋ, ਰੇਡੀਓ ਦੇ ਵਿੱਚ, ਟੈਲੀਵਿਜ਼ਨ ਦੇ ਵਿੱਚ। ਸਿਵਲ ਸਰਜਨ ਨੂੰ ਇਹ ਨਹੀਂ ਵੀ ਉਹਨਾਂ ਹੋਰਡਿੰਗ ਲਾ ਦੇਣ ਫਟਾਫਟ, ਉਹ ਲੋਕਾਂ ਨੂੰ ਨਹੀਂ ਪਤਾ ਲੱਗਦੀ ਗੱਲ, ਤੇ ਉਹਨਾਂ ਨੂੰ ਐਕਟ ਕਰਨਾ ਚਾਹੀਦਾ ਐਕਚੁਅਲੀ ਇਹ ਸਾਰੇ ਕੁਝ ਵਾਸਤੇ, ਤਾਂ ਕਿ ਮੱਛਰ ਦੀ ਜਿਹੜੀ ਕਨਸੈਂਟਰੇਸ਼ਨ ਆ ਉਹ ਮਿਨੀਮਮ ਰਵੇ ਤੇ ਲੋਕਾਂ ਨੂੰ ਕੱਟੇ ਨਾ। ਅੱਛਾ ਡਾਕਟਰ ਸਾਹਿਬ ਇਹ ਦੇਖਿਆ ਜਿਵੇਂ ਤੁਸੀਂ ਦੱਸਿਆ ਸਰਕਾਰ ਨੂੰ ਪਹਿਲੇ ਐਕਟਿਵ ਹੋਣਾ ਚਾਹੀਦਾ। ਮੈਂ ਅੱਜ ਇੱਕ ਆਰਟੀਕਲ ਪੜ੍ਹ ਰਿਹਾ ਸੀਗਾ, ਇੱਕ ਇੰਗਲਿਸ਼ ਅਖਬਾਰ ਦੇ ਵਿੱਚ ਆਇਆ ਹੈ, ਉਹ ਕਿਹਾ ਵੀ ਹਸਪੀਟਲ ਦੇ ਵਿੱਚ ਇਹ ਜਿਹੜੀਆਂ ਮਸ਼ੀਨਾਂ ਪਈਆਂ ਉਹ ਕਾਫੀ ਖਰਾਬ ਪਈਆਂ, ਇੱਥੇ ਵੀ ਹਸਪੀਟਲ 'ਚ ਮਸ਼ੀਨ ਬਾਅਦ ਚੋਂ ਠੀਕ ਕਰਾਏਗੀ ਡੇਂਗੂ ਦੇ ਆਉਣ ਤੋਂ ਬਾਅਦ, ਕਿਉਂਕਿ ਉੱਥੋਂ ਜੇ ਪਲੇਟਲੈਟਸ ਦਿੰਦੇ ਤੇ ਸਸਤੇ ਮਿਲ ਜਾਂਦੇ ਲੋਕਾਂ ਨੂੰ, ਬਾਹਰ ਕਾਫੀ ਮਹਿੰਗੇ ਮਿਲਦੇ ਆ, ਬਹੁਤ ਮਹਿੰਗੇ। ਸਰ ਇਹ ਵਾਕਈ ਕਿ EMC ਜਿਹੜੀ ਮੇਨਟੇਨੈਂਸ ਕਰਾਉਣੀ ਚਾਹੀਦੀ ਹੈ ਟਾਈਮ ਉਧਰ ਧਿਆਨ, ਮਤਲਬ ਅਸੀਂ ਉਦੋਂ ਹੀ ਕਿਉਂ ਜਾਗਦੇ ਹਾਂ ਵੀ ਜਦੋਂ ਸਾਡੇ ਘਰ ਦੇ ਵਿੱਚ ਦੁਸ਼ਮਣ ਵੜ ਜਾਂਦਾ? ਜਦੋਂ ਸਾਡੇ ਘਰ 'ਚ ਦੁਸ਼ਮਣ ਵੜ ਜਾਂਦਾ ਤੇ ਦੁਸ਼ਮਣ ਜਿਹੜਾ ਉਹ ਤਕੜਾ ਹੋ ਜਾਂਦਾ, ਉਦੋਂ ਅਸੀਂ ਐਕਟ ਕਰਨਾ ਸ਼ੁਰੂ ਕਰਦੇ ਆ, ਤੇ ਉਦੋਂ ਤਾਂ ਲੜਾਈ ਤੇ ਫਿਰ ਲੜਾਈ ਤੇ ਜਿਹੜੀ ਸ਼ੁਰੂ 'ਚ ਕਰਨੀ ਚਾਹੀਦੀ ਹੈ। ਇਸ ਕਰਕੇ ਸਾਨੂੰ ਬਰਸਾਤ ਆਉਣ ਤੋਂ ਪਹਿਲਾਂ ਹੀ ਸਾਰੀਆਂ ਮਸ਼ੀਨਾਂ ਨੂੰ ਮੇਨਟੇਨੈਂਸ ਕਰਕੇ
ਚੱਲਦੀਆਂ ਵੇਖ ਕੇ ਉਹ ਐਕਟ ਕਰਦੀਆਂ ਨੇ। ਸਾਨੂੰ ਉਸ ਵੇਲੇ ਐਮਰਜੈਂਸੀ ਜੇ ਲੋੜ ਪਏ ਤੇ ਅਸੀਂ ਕੀ ਕਰਨਾ, ਇਹ ਪਹਿਲਾਂ ਹੀ ਤਿਆਰੀ ਵਿੱਢਣੀ ਚਾਹੀਦੀ ਹੈ, ਜੜੀ ਨਹੀਂ ਹੁੰਦੀ, ਜਿਹੜੀ ਕਿ ਹੁੰਦੀ ਨਹੀਂ। ਡਾਕਟਰ ਸਾਹਿਬ ਇਹ ਮਸ਼ੀਨਾਂ ਫਿਰ ਪਈਆਂ ਖਰਾਬ ਹੋ ਜਾਂਦੀਆਂ ਇਹਨਾਂ ਦਾ ਪਹਿਲਾਂ ਇਹ ਸਾਰੀਆਂ ਇਲੈਕਟ੍ਰੋਨਿਕਸ ਮਸ਼ੀਨਾਂ ਨੇ, ਸੋਫਿਸਟੀਕੇਟਡ ਇਕਵਿਪਮੈਂਟ ਆ, ਕਾਸਟਲੀ ਬੜਾ ਹੁੰਦਾ, ਬਿਜਲੀ ਨਾਲ ਚੱਲਣ ਵਾਲਾ ਜਾਂ ਹੋਰ ਆ। ਇਹਦਾ ਜੇ ਆਪਾਂ ਧਿਆਨ ਨਾ ਰੱਖੀਏ, ਇਹਦੀ ਰੈਗੂਲਰ ਮੇਨਟੇਨੈਂਸ ਨਾ ਕਰੀਏ ਤੇ ਇਹਨੇ ਖਰਾਬ ਹੋ ਜਾਣਾ, ਵੇਲੇ ਸਿਰ ਚੱਲਣਾ ਹੀ ਨਹੀਂ। ਦੂਸਰੀ ਗੱਲ ਆ, ਸਾਡੇ ਕੋਲ ਟ੍ਰੇਨ ਮੈਨ ਪਾਵਰ ਦੀ ਘਾਟ ਹੈ ਜੀ, ਕਿ ਜਿਹੜੀ ਅਸੀਂ ਕਦੇ ਸਰਕਾਰ ਨੇ ਸੋਚਿਆ ਹੀ ਨਹੀਂ ਵੀ ਲੋਕਾਂ ਨੂੰ ਅਸੀਂ ਟ੍ਰੇਨਿੰਗ ਦਵਾ ਕੇ ਸਾਰਾ ਕੁਝ ਉਹਨੂੰ ਉਹਦੇ ਵਾਸਤੇ ਤਿਆਰ ਕਰਕੇ ਰੱਖੀਏ ਆਪਣੀ ਆਰਮੀ। ਜੀ, ਕਿਉਂਕਿ ਆਰਮੀ ਜੇ ਪਹਿਲਾਂ ਤਿਆਰ ਹੋਏਗੀ, ਬਾਰਡਰ ਤੇ ਬੈਠੀ ਹੋਏਗੀ ਤੇ ਹਮਲੇ ਨੂੰ ਰੋਕ ਸਕੇਗੀ। ਤੇ ਜੇ ਅਸੀਂ ਆਰਮੀ ਬਾਅਦ ਚ ਦਿੱਲੀੋਂ ਜਾਂ ਅਸੀਂ ਜਬਲਪੁਰ ਤੋਂ ਲੈ ਕੇ ਜਾਣੀ ਹੈ ਤੇ ਫਿਰ ਉਹ ਸਾਡਾ ਕੰਮ ਕਿਸ ਤਰ੍ਹਾਂ ਚੱਲੇਗਾ। ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਵੀ ਪਿੰਡਾਂ ਦੇ ਵਿੱਚ ਕਿਉਂਕਿ ਸਿਹਤ ਸੇਵਾਵਾਂ ਘੱਟ ਨੇ ਤੇ ਲੋਕਾਂ ਦੀ ਮਜਬੂਰੀ ਹੈ ਆਰਐਮਪੀ ਕੋ ਜਾਂ ਅਨਟ੍ਰੇਨਡ ਡਾਕਟਰ ਕੋਲ ਜਾਣਾ, ਤੇ ਡਾਕਟਰ ਸਾਹਿਬ ਉਹਦੇ ਚ ਇਸ ਤਰ੍ਹਾਂ ਵੀ ਹੁੰਦਾ ਵੀ ਫਿਰ ਉਹ ਬਿਮਾਰੀ ਨੂੰ ਹੋਰ ਵੀ ਵਧਾ ਦਿੰਦੇ ਨੇ ਉਹ ਘਟਾ, ਕਿਉਂਕਿ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਕਿਹੜੀ ਚੀਜ਼ ਦੀ ਕਿੰਨੀ ਡੋਜ਼ ਦੇਣੀ ਹੈ। ਆਮ ਤੌਰ ਤੇ ਦੇਖਿਆ ਗਿਆ ਵੀ ਸਟੀਰਾਇਡ ਦੇ ਦਿੰਦੇ ਆ, ਸਟੀਰਾਇਡ ਦੇ ਦਿੰਦੇ ਆ, ਐਂਟੀਬਾਇਓਟਿਕ ਦੇ ਦਿੰਦੇ ਆ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ, ਸਟੀਰਾਇਡ ਦੇ ਦਿੰਦੇ ਆ, ਗਲੂਕੋਜ਼ ਲਾ ਦੇਣਗੇ, ਉਹਦੇ ਵਿੱਚ ਬੀ ਕੰਪਲੈਕਸ ਕੋਈ ਪੀਲੇ ਰੰਗ ਦਾ ਕੋਈ ਲਾਲ ਰੰਗ ਦਾ ਪਾ ਦੇਣਗੇ, ਕਿਉਂਕਿ ਉਹਨਾਂ ਦਾ ਪਰਪਸ ਪੈਸੇ ਬਣਾਉਣਾ। ਦੂਜਾ ਉਹਨਾਂ ਦਹਿਸ਼ਤ ਕ੍ਰੀਏਟ ਕਰਦੇ ਨੇ ਵੀ ਤੇਰੇ ਆ ਹੋ ਗਿਆ ਤੇਰੇ ਸੈੱਲ ਕੱਢ ਗਏ। ਹੁਣ ਸੈੱਲ ਦਾ ਤਾਂ ਪਤਾ ਨਹੀਂ, ਉਹਦੇ ਰਿਪੋਰਟ ਜਿਹੜੀ ਆ ਉਹਦੇ ਤੋਂ ਹੀ ਪਤਾ ਲੱਗੇਗਾ ਨਾ। ਤੇ ਉਹਨੂੰ ਆਪਣੀਆਂ ਕੋਈ ਨਾ ਕੋਈ ਦਵਾਈਆਂ ਇਸ ਤਰ੍ਹਾਂ ਦੀਆਂ ਰਲਾ ਮਿਲਾ ਕੇ ਉਹ ਦਈ ਦੁਈ ਜਾਂਦੇ ਨੇ। ਬੁਖਾਰ ਉਹਦਾ ਘੱਟ ਹੋ ਗਿਆ ਥੋੜਾ ਬਹੁਤਾ, ਚੱਲ ਠੀਕ ਆ ਜੀ ਠੀਕ ਆ, ਤੇ ਬਾਅਦ ਚੋਂ ਡੇਂਜਰਸ ਹੋ ਜਾਂਦਾ ਕਈ ਵਾਰ। ਅੱਛਾ ਡਾਕਟਰ ਸਾਹਿਬ, ਦੇਖਿਆ ਜੀ ਕਦੀ ਮਲੇਰੀਆ ਆ ਜਾਂਦਾ ਹੈ, ਕਦੀ ਚਿਕਨਗੁਨੀਆ ਆ ਜਾਂਦਾ ਹੈ, ਜਿਹੜਾ ਕੋਈ ਬੁਖਾਰ ਦਾ ਪਤਾ ਨਾ ਲੱਗੇ ਉਹਨੂੰ ਕਹਿੰਦੇ ਵਾਇਰਲ ਫੀਵਰ ਹੈ, ਤੈਨੂੰ ਡੇਂਗੂ ਆ ਜਾਂਦਾ। ਤੇ ਇਹ ਸਰ ਇਹ ਡਾਕਟਰ ਸਾਹਿਬ ਇਹਨਾਂ ਸਾਰੀਆਂ ਤੋਂ ਚੀਜ਼ਾਂ ਤੋਂ ਬਚੇ ਕਿਦਾਂ ਬੰਦਾ, ਕਿਉਂਕਿ ਦੇਖੋ ਇਹ ਦੋ ਨੁਕਸਾਨ ਕਰਦਾ, ਇੱਕ ਤਾਂ ਬੰਦੇ ਦੀ ਫਿਜ਼ੀਕਲ ਸਿਹਤ ਖਰਾਬ ਕਰਦਾ, ਬਿਲਕੁਲ, ਇੱਕ ਉਹਦੀ ਇਕਨੋਮਿਕ ਆਰਥਿਕ ਹਾਲਤ ਖਰਾਬ ਕਰਦਾ, ਆਰਥਿਕ ਹਾਲਤ ਇੱਕ ਉਹਨੂੰ ਮਾਨਸਿਕ ਤੌਰ ਤੇ ਵੀ ਕਮਜ਼ੋਰ ਕਰ ਦਿੰਦਾ ਜੀ। ਸਾਰਾ ਕੁਝ ਤੁਸੀਂ ਠੀਕ ਕਰ ਰਹੇ ਹੋ। ਇਹਦੇ ਵਾਸਤੇ ਤੇ ਇਹੋ ਆ ਵੀ ਇਹ ਸਾਰੀਆਂ ਜਿਹੜੀਆਂ ਡਿਜ਼ੀਜ਼ਸ ਨੇ ਨਾ ਜੀ, ਇਹ ਖਾਸ ਕਰਕੇ ਹੁਣ ਅਸੀਂ ਬਹੁਤ ਸਾਰੀਆਂ ਜਿਹੜੀਆਂ ਬੈਕਟੀਰੀਅਲ ਡਿਜ਼ੀਜ਼ਸ ਸੀ ਉਹਨਾਂ ਤੇ ਕਾਬੂ ਪਾ ਲਿਆ, ਦੂਸਰੀਆਂ ਜਿਹੜੀਆਂ ਡਿਜ਼ੀਜ਼ਸ ਨੇ ਉੱਤੇ ਕਾਬੂ ਪਾ ਲਿਆ ਹੈਗਾ, ਜਿਹੜੀਆਂ ਕਰੋਨਿਕ ਡਿਜ਼ੀਜ਼ਸ ਸੀ ਜਿਵੇਂ ਟੂਬਰਕਲੋਸਿਸ ਸੀ ਹੋਰ ਆ ਉੱਤੇ ਕਾਬੂ ਪਾ ਲਿਆ। ਹੁਣ ਸਾਡੇ ਕੋਲ ਜਿਹੜਾ ਇਸ ਵੇਲੇ ਗਰੁੱਪ ਹੈਗਾ ਉਹ ਰਹਿ ਗਿਆ ਵਾਇਰਸ ਦਾ। ਕੋਵਿਡ ਵੀ ਵਾਇਰਸ ਹੈ, ਡੇਂਗੂ ਵੀ ਵਾਇਰਸ ਆ, ਚਿਕਨਗੁਨੀਆ ਵਾਇਰਸ ਹੈ, ਤੇ ਜਾਂ ਵਾਟਰ ਬੌਰਨ ਡਿਜ਼ੀਜ਼ ਨੇ। ਜਿਹੜਾ ਸਾਡਾ ਸੈਨੀਟੇਸ਼ਨ ਸਿਸਟਮ ਹੈਗਾ, ਪਾਣੀ ਸਪਲਾਈ ਆ, ਜਿਸ ਤਰ੍ਹਾਂ ਟਾਈਫਾਈਡ ਹੋ ਗਿਆ, ਪੈਰਾਟਾਈਫਾਈਡ ਹੋ ਗਿਆ, ਜੌਂਡਿਸ ਹੋ ਗਿਆ, ਹੈਪੇਟਾਈਟਸ ਹੋ ਗਿਆ, ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਕੁਝ ਵਾਇਰਸ ਨੇ, ਕੁਝ ਬੈਕਟੀਰੀਆ ਨੇ ਤੇ ਵਾਟਰ ਬੌਰਨ ਨੇ। ਸੋ ਇਹਦੇ ਵਾਸਤੇ ਲੋਕਾਂ ਨੂੰ ਐਜੂਕੇਟ ਕਰਨਾ, ਸਰਕਾਰ ਦੀਆਂ ਜਿਹੜੀਆਂ ਸਿਹਤ ਸੇਵਾਵਾਂ ਨੇ ਉਹਨਾਂ ਨੂੰ ਵਧੀਆ ਤਰ੍ਹਾਂ ਕਰਨਾ। ਸਾਡੀ ਵਾਟਰ ਸਪਲਾਈ ਬਿਲਕੁਲ ਠੀਕ ਹੋਣੀ ਚਾਹੀਦੀ ਆ, ਉਹ ਪੋਲਿਊਟਡ ਨਹੀਂ ਹੋਣੀ ਚਾਹੀਦੀ। 75 ਸਾਲ ਸਾਨੂੰ ਆਜ਼ਾਦ ਹੋਇਆ ਹੋ ਗਿਆ, 75 ਸਾਲ ਲੱਗਦਾ ਵੀ ਸਰਕਾਰ ਦੀਆਂ ਜੋ ਪ੍ਰਾਇੋਰਟੀਜ਼ ਹੈਗੀਆਂ ਉਹ ਧਿਆਨ ਨਹੀਂ ਆ, ਦੂਜੀਆਂ ਆਲਤੂ ਫਾਲਤੂ ਗੱਲਾਂ ਨਾਲ ਧਿਆਨ ਤੁਹਾਨੂੰ ਲੱਗਦਾ। ਉਹ ਆਲਤੂ ਫਾਲਤੂ ਗੱਲਾਂ ਜਿਹੜੀਆਂ ਲਿਓਰਮੈਂਟ ਵਾਲੀਆਂ ਨੇ ਗੱਲਾਂ, ਉਹਦੇ ਵਾਸਤੇ ਸਰਕਾਰ ਬਿਆਨ ਦਿੰਦੀ ਰਹਿੰਦੀ ਹੈ, ਉਹਦੇ ਵਾਸਤੇ ਉਹ ਸਟੇਜ ਤੇ ਕਈ ਲੰਬੇ ਚੌੜੇ ਭਾਸ਼ਣ ਦਿੰਦੇ ਰਹਿੰਦੇ ਆ। ਪਰ ਜਦੋਂ ਉਹਨਾਂ ਸਿਹਤ ਦਾ ਸੈਕਟਰ ਆ ਜੇ, ਉਹ ਜੀ ਇਹ ਡਾਕਟਰ ਕਰਨਗੇ, ਇਹ ਫਲਾਣਾ ਕਰਨਗੇ। ਅੱਛਾ, ਡਾਕਟਰ ਵੀ ਜਿਹੜੇ ਹੈਗੇ ਨੇ ਉਹ ਵੀ ਜਦੋਂ ਪ੍ਰੋਬਲਮ ਮੇਜਰ ਹੋ ਜਾਏਗੀ ਉਦੋਂ ਉਹਨਾਂ ਕੀ ਕਰਨਾ? ਇਹ ਤੇ ਸਾਨੂੰ ਸਾਰਾ ਸਾਲ ਹੀ ਕੰਟੀਨਿਊਸਲੀ ਇੱਕ ਸਾਡੇ ਕੋਲ ਰੋਡ ਮੈਪ ਚਾਹੀਦਾ ਕਿ ਇਸ ਮਹੀਨੇ 'ਚ ਅਸੀਂ ਆਹ ਕਰਨਾ। ਜਿਵੇਂ ਖੇਤੀਬਾੜੀ ਦੀਆਂ ਨਹੀਂ ਫਸਲਾਂ ਅਸੀਂ ਸੌਣੀ ਬੀਜੀਆਂ, ਮੈਂ ਬੀਜਣਾ, ਇੱਥੇ ਮਟਰ ਬੀਜਣੇ ਆ, ਇੱਥੇ ਕਣਕ ਬੀਜਣੀ ਆ, ਇੱਦਾਂ ਸਾਡੇ ਕੋਲ ਸਿਵਲ ਸਰਜਨ ਦਫ਼ਤਰ ਇੱਕ ਰੋਡ ਮੈਪ ਆ। ਐਂਡ ਇਹਨਾਂ ਕੋਲ ਜਿਸ ਤਰ੍ਹਾਂ NDRF ਹੈਗੀ ਆ, ਇਸੇ ਤਰ੍ਹਾਂ ਦੀ ਇੱਕ ਟਾਸਕ ਫੋਰਸ ਚਾਹੀਦੀ ਆ ਜਿਹੜੀ ਉਹਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਕਟ ਕਰਨਾ ਸ਼ੁਰੂ ਕਰ ਦੇਵੇ। ਤੇ ਪਰ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਵੀ ਪਹਿਲੇ 4.5% ਹੁੰਦਾ ਸੀਗਾ ਬਜਟ, ਹੁਣ 1.5% ਘਟਾਤਾ ਤੇ ਬਜਟ ਤਾਂ ਘਟ ਗਿਆ, ਤੇ ਇਹ ਕਿੱਥੋਂ ਫੋਰਸ ਕਿੱਥੋਂ ਲੈ ਕੇ ਆਉਣਗੇ ਪੈਸੇ? ਨਾ ਹਰ ਚੀਜ਼ ਪੈਸਾ ਮੰਗਦਾ। ਪੈਸਾ ਦੇਖੋ, ਦਵਾਈਆਂ ਮਹਿੰਗੀਆਂ ਹੋ ਗਈਆਂ, ਇਕਵਿਪਮੈਂਟ ਮਹਿੰਗਾ ਹੋ ਗਿਆ, ਡਾਕਟਰਾਂ ਦੀ ਟ੍ਰੇਨਿੰਗ ਮਹਿੰਗੀ ਹੋ ਗਈ, ਬਾਕੀ ਸਾਰਾ ਕੁਝ ਮਹਿੰਗਾ ਹੋ ਗਿਆ, ਡਾਕਟਰਾਂ ਦੀ ਫੀਸਾਂ ਮਹਿੰਗੀਆਂ ਹੋ ਗਈਆਂ। ਹਾਂ, ਫੀਸਾਂ ਮਹਿੰਗੀਆਂ ਹੋ ਗਈਆਂ। ਡਾਕਟਰ ਜਦੋਂ ਤੁਸੀਂ, ਮੈਂ ਸਵਾਲ ਦੇ ਨਾਲ ਜੁੜਿਆ ਜੀ, ਤੁਸੀਂ ਡਾਕਟਰ ਬਣੇ ਸੀ ਤੇ ਮੈਡੀਕਲ ਕਾਲਜ ਦੀ ਕਿੰਨੀ ਫੀਸ ਸੀ? ਉਹਨਾਂ ਨਾਲ ਪ੍ਰਾਈਵੇਟ ਕਾਲਜ ਤਾਂ ਸ਼ਾਇਦ ਹੁੰਦੇ ਹੀ ਨਹੀਂ ਸੀਗੇ। ਸਰ, ਪ੍ਰਾਈਵੇਟ ਕਾਲਜ ਕੋਈ ਨਹੀਂ ਸੀ, ਮੈਡੀਕਲ ਕਾਲਜ ਪੰਜਾਬ ਦੇ ਵਿੱਚ 2 ਹੀ ਸੀਗੇ, ਤੇ ਇੱਕ ਦਇਆਨੰਦ ਸੀਗਾ, ਉਹ ਰਿਕੋਗਨਾਈਜ਼ਡ ਨਹੀਂ ਸੀ। CMC 'ਚ 50 ਸੀਟਾਂ ਸਨ। ਅਸੀਂ 273 ਰੁਪਏ ਦੇ ਕੇ ਤੇ ਸਾਲ ਦੀ ਫੀਸ ਦਿੰਦੇ ਹੁੰਦੇ ਸੀ ਮੈਡੀਕਲ ਕਾਲਜ ਦੀ। ਮਤਲਬ 273 ਨੂੰ ਅਸੀਂ 5 ਨਾਲ ਜੇ ਗੁਣਾ ਕਰੀਏ 1500 ਵੀ ਨਹੀਂ ਬਣਦਾ। 1500 ਰੁਪਈਆ ਨਹੀਂ ਬਣਦਾ ਹੈਗਾ।
ਤੇ 280 82 ਰੁਪਏ ਸਾਡੇ ਹੋਸਟਲ ਦੇ ਚਾਰजेस ਹੁੰਦੇ ਸੀ, ਕਮਰੇ ਦਾ, ਬਿਜਲੀ, ਪਾਣੀ ਸਾਰਾ। 500 रुपया मान लिया, हाँ 500 रुपए एक साथ 5 साल 2500 रुपए च पढ़ाई 2500 ਰੁਪਏ ਜੇ ਅਸੀਂ ਪੜ੍ਹਾਈ ਕਰਕੇ ਚਲੇ ਜਾਂਦੇ ਸੀ। ਤੇ ਹੁਣ ਡਾਕਟਰ ਸਾਹਿਬ ਜੇ ਅਸੀਂ ਬੰਨਾ ਸਰਕਾਰੀ ਫੀਸ ਹੀ ਮੇਰਾ ਖਿਆਲ ਹੈ ਹੁਣ ਤੇ ਸਾਡੀ 40 ਲੱਖ ਤੋਂ ਉੱਤੇ ਤੇ ਫੀਸ ਹੀ ਫੀਸ ਆ। ਨਹੀਂ ਡਾਕਟਰ ਸਾਹਿਬ ਪ੍ਰਾਈਵੇਟ ਦੀ ਨਹੀਂ ਗੱਲ ਕਰ, ਮੈਂ ਸਰਕਾਰੀ ਦੀ ਗੱਲ ਕਰ ਰਿਹਾ ਜੀ। ਹਾਂਜੀ ਸਰਕਾਰੀ ਦੀ ਵੀ 40 ਲੱਖ? ਸਰਕਾਰੀ ਦੀ ਹੁਣ 30,000 ਸੀਗੀ, ਹੁਣ 50,000 ਦੇ ਕਰੀਬ ਹੈਗੀ ਆ, ਜਾਂ 1 ਲੱਖ ਦੇ ਕਰੀਬ ਹੈਗੀ ਆ, ਤੇ 10% ਹਰ ਸਾਲ ਇਨਕਰੀਜ਼ ਹੁੰਦਾ। ਜਦ ਕਿ ਤੇ ਫਿਰ ਸਰਕਾਰ ਡਾਕਟਰ ਸੇਵਾ ਕਿੱਥੋਂ ਕਰੂਗਾ? ਨਹੀਂ, ਕੋਈ ਸੇਵਾ ਨਹੀਂ, ਉਹ ਸੇਵਾ ਉਹਦੇ ਕੋਲੋਂ ਅਸੀਂ ਡਿਮਾਂਡ ਕਿਵੇਂ ਕਰ ਸਕਦੇ ਆ? ਜਿਹੜਾ 1 ਕਰੋੜ ਰੁਪਈਆ 1.5 ਕਰੋੜ ਰੁਪਈਆ ਲਾ ਕੇ ਡਾਕਟਰ ਬਣ ਕੇ ਆਵੇਗਾ, ਉਹ ਲੋਕਾਂ ਨੂੰ ਫ੍ਰੀ ਸੇਵਾ ਦੇ ਹੀ ਨਹੀਂ ਸਕਦਾ, ਕਿਉਂਕਿ ਉਹਦੇ ਪਿਓ ਜਾਂ ਹੋਰ ਜਾਂ ਉਹਦੇ ਤੇ ਫੈਮਿਲੀ ਪ੍ਰੈਸ਼ਰ ਇੰਨਾ ਹੁੰਦਾ, ਬਈ ਹੁਣ ਤੂੰ ਪੈਸਾ ਕਮਾਉਣਾ, ਤੂੰ ਪੈਸਾ ਫਿਰ ਉਹਨੇ ਆਪਣੀ ਜ਼ਿੰਦਗੀ ਵੀ ਜੀਣੀ ਹੈ, ਉਹਨੇ ਜ਼ਿੰਦਗੀ ਵੀ ਜੀਣੀ ਆ, ਉਹਦੇ ਆਪਣੇ ਬੱਚੇ ਆ, ਇਸ ਕਰਕੇ ਸਾਰਾ ਵਿਸ਼ੇ ਸਰਕਲ ਹੈ। ਜੀ 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 ਜੀ। ਸੋ ਇਹਦੇ ਤੇ ਸਰਕਾਰ ਕਦੇ ਵੀ ਸੀਰੀਅਸ ਹੋ ਕੇ ਨਾ ਸੋਚਦੀ ਆ, ਨਾ ਇੱਥੇ ਗੱਲ ਕਰਦੇ, ਦਮਗਜੇ ਬਹੁਤ ਆ। ਨਹੀਂ ਡਾਕਟਰ ਸਾਹਿਬ ਹੁਣ ਜਿਵੇਂ ਸਰਕਾਰ ਜਿਵੇਂ ਚੱਲ ਰਿਹਾ, ਪੰਜਾਬ ਸਰਕਾਰ ਦੀ ਅਸੀਂ ਗੱਲ ਕਰੀਏ ਤੇ ਚੱਲ ਰਿਹਾ ਵੀ ਮਾਫੀਆ ਇੱਕ ਆਰੋਪ, ਪਹਿਲੇ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਨਹੀਂ ਕੀਤਾ, ਬਾਦਲ ਨੇ, ਫਿਰ ਕਹਿੰਦੇ ਜੀ ਕੈਪਟਨ ਸਾਹਿਬ ਨੇ ਵੀ ਕੁਝ ਨਹੀਂ ਕੀਤਾ। ਹਾਂਜੀ, ਸ਼ਰਾਬ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਤੇ ਫਿਰ ਇੱਕ ਦੂਸਰੀ ਨਾਲ ਹੀ ਗੱਲ ਕੀਤੀ ਜਾ ਰਹੀ ਫ੍ਰੀ 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 ਫ੍ਰੀ। ਤੇ ਡਾਕਟਰ ਸਾਹਿਬ ਕਿਆ ਇਹ ਵਾਕਈ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਸਮਾਜ ਦਾ ਉद्धार, ਮਤਲਬ ਸਮਾਜ ਨੂੰ ਉਹਦਾ ਫਾਇਦਾ ਹੋਊਗਾ, ਜਾਂ ਇਹ ਸਿਰਫ ਇੱਕ ਜੁਮਲੇਬਾਜ਼ੀ ਆ, ਲੋਕਾਂ ਨੂੰ 5 ਸਾਲ ਪੌਣੇ 5 ਸਾਲ ਸੁੱਤੇ ਰਹੋ ਤੇ 3 ਮਹੀਨੇ ਬਾਅਦ ਬਾਹਰ ਨਿਕਲੋ? ਸਰ ਗੱਲ ਇਹ ਹੈ, ਇਹ ਸਾਰੇ ਲਿਫਾਫੇ ਹੈਗੇ ਆ, ਤੁਸੀਂ ਸਾਰਾ 4.5 ਸਾਲ ਕਹੀ ਗਏ ਹੋ ਖਜ਼ਾਨਾ ਖਾਲੀ ਆ, ਹੁਣ ਤੁਹਾਡਾ ਰਾਤੋਂ ਰਾਤ ਖਜ਼ਾਨਾ ਕਿੱਥੋਂ ਭਰ ਗਿਆ? ਜਦੋਂ ਤੁਸੀਂ ਸਾਰੇ ਬੰਦਿਆਂ ਨੇ ਮਤਲਬ ਸੈਕੰਡ ਰੇਟ ਪੈਸੇ ਕਮਾਉਣ ਬਾਰੇ ਹੀ ਸੋਚਿਆ ਹੋਵੇ, ਤੇ ਤੁਸੀਂ ਲੋਕਾਂ ਦਾ ਕੀ ਕਰੋਗੇ? ਸੋ ਅਸੀਂ ਸਿਰਫ ਆਪਣੇ ਦੋਸ਼ ਨੂੰ ਦੂਜੇ ਸਿਰ ਮੜ ਕੇ ਆਪਣੇ ਆਪ ਨੂੰ ਦੋਸ਼ ਮੁਕਤ ਸਮਝਦੇ ਆ, ਜਦੋਂ ਕਿ ਸਾਰੇ ਹੀ ਅਸੀਂ ਦੋਸ਼ੀ ਆ। ਦੂਜੇ ਨੂੰ ਕਹੀ ਜਾਂਦੇ ਵੀ ਇਹ ਲੁੱਟ ਕੇ ਖਾ ਗਿਆ, ਦੂਜੇ ਨੂੰ ਕਹੀ ਜਾਂਦੇ ਲੁੱਟ ਕੇ ਖਾ ਜਾਂਦੇ ਆ, ਤੇ ਆਪਣਾ ਜਿਹੜਾ ਪਤਾ ਨਹੀਂ ਆਪਣਾ ਅੱਗੇ ਆਉਣ ਵਾਲਾ ਉਹਨਾਂ ਨੂੰ ਕਹੂ ਉਹ ਲੁੱਟ ਕੇ ਖਾ ਗਏ। ਇਹ ਪ੍ਰੋਸੈਸ, ਇਸ ਪ੍ਰੋਸੈਸ ਚੋਂ ਕਦੀ ਬਾਹਰ ਨਿਕਲੂਗੀ ਜਨਤਾ? ਕਿਉਂਕਿ ਦੇਖੋ ਐਜੂਕੇਸ਼ਨ ਜਿਹੜੀ ਹੈ, ਦੇਖੋ ਕਿਸੇ ਵੀ ਸਮਾਜ ਦਾ ਜੇ ਕਹਿੰਦੇ ਨਾ ਵੀ ਉਹਦਾ ਬੇੜਾ ਪਾਰ ਕਰਨਾ ਹੈ, ਤੇ ਉਹ ਸਮਾਜ ਦਾ ਉਹਨੂੰ ਐਜੂਕੇਟ ਕਰ ਦਿਓ, ਜੇ ਕਿਸੇ ਦਾ ਬੇੜਾ ਗਰਕ ਕਰਨਾ ਹੈ ਤੇ ਉਹਨੂੰ ਅਨਪੜ੍ਹ ਬਣਾ ਦਿਓ, ਕਿਉਂਕਿ ਜਦੋਂ ਵਿਗਿਆਨਕ ਸੋਚ ਹੀ ਨਹੀਂ ਹੋਗੀ, ਬੰਦੇ ਦੀ ਸੋਚ ਹੀ ਨਹੀਂ ਪਾਏਗਾ, ਤੇ ਫਿਰ ਉਹ ਕੀ ਕਰੇਗਾ? ਜਦੋਂ ਅਸੀਂ ਲੋਕਾਂ ਨੂੰ ਵਹਿਮਾਂ ਧਰਮਾਂ ਦੇ ਵਿੱਚ, ਜਾਂ ਅਸੀਂ ਉੱਥੇ ਭੀੜ ਇਕੱਠੀ ਕਰ ਲਾਂਗੇ ਪੈਸੇ ਦੇ ਕੇ, ਜਾਂ ਅਸੀਂ ਜਿਹੜੇ ਸਾਡੇ ਕੋਈ ਰਿਲੀਜੀਅਸ ਹੈਗੀਆਂ ਨੇ, ਜਿੰਨੇ ਵੀ ਕਹਿ ਲਓ ਤੁਸੀਂ, ਹਰ ਧਰਮ ਦੇ ਵਿੱਚ ਹੈਗਾ ਵੀ ਇੱਥੇ ਇੰਨੇ ਬੰਦੇ ਇਕੱਠੇ ਹੋਣੇ, ਇੱਥੇ ਇੰਨੇ ਕਰੋੜ ਹੋਣਾ, 12 ਕਰੋੜ ਹੋਣਾ, ਲੋਕੀ ਤੇ ਇਸੇ ਚੱਕਰ ਵਿੱਚ ਹੀ ਤੁਰੇ ਰਹਿੰਦੇ ਹੈਗੇ ਨੇ ਵੀ ਉਹ ਆਪਣੇ ਧਾਰਮਿਕ ਸਥਾਨਾਂ ਤੇ ਜਾ ਕੇ ਆਪਣੀ ਡਾਇਟੀ ਅੱਗੇ ਮੱਥਾ ਟੇਕਦੇ ਰਹਿਣ, ਤੇ ਹੋਰ ਆ ਉਹ ਇਹ ਸੋਚਣੀ ਨਾ ਵੀ ਸਾਡੀ ਅਧੋਗਤੀ ਦਾ ਜ਼ਿੰਮੇਵਾਰ ਕੌਣ ਆ, ਵੀ ਇਹ ਦੁਰਗਤੀ ਦਾ ਜ਼ਿੰਮੇਦਾਰ ਕੌਣ? ਉਹ ਸਭ ਕੁਝ ਰੱਬ ਤੇ ਛੱਡ ਦਿੰਦੇ ਆ ਜੀ, ਵਾਹਿਗੁਰੂ ਜੋ ਕਰੇਗਾ, ਜੋ ਭਾਵੇ ਸੋ ਹੋਏ। ਤੇ ਉਹ ਫਿਰ ਜੇ ਜੋ ਭਾਵੇ ਸੋ ਹੋਏ ਦੇ ਵਿੱਚ ਤੇ ਫਿਰ ਇਹ ਆ ਵੀ ਸਾਇੰਟੀਫਿਕ ਸੋਚ ਹੀ ਨਹੀਂ, ਜਿੱਥੇ ਕਿ ਸਾਡੀ ਸਰਕਾਰ ਦਾ, ਲੋਕਾਂ ਦਾ, ਸਮਾਜ ਦਾ, ਟੀਚਰ ਦਾ ਇਹ ਪਹਿਲਾ ਕੰਮ ਆ ਵੀ ਲੋਕਾਂ ਨੂੰ ਸਾਇੰਟੀਫਿਕ ਸੋਚ ਦਿੱਤੀ ਜਾਵੇ ਵੀ ਆਹ ਸਾਇੰਟੀਫਿਕ ਸੋਚ ਆ, ਬਾਕੀ ਤੁਸੀਂ ਆਪਣੀਆਂ ਜਿਹੜੇ ਰਿਲੀਜੀਅਸ ਪ੍ਰੈਕਟਿਸ ਆ ਕਰੀ ਜਾਓ। ਮੇਰੇ ਹਿਸਾਬ ਨਾਲ ਜਿਹੜਾ ਰਿਲੀਜਨ ਆ, ਇਟ ਸ਼ੁੱਡ ਬੀ ਏ ਇਨਡੋਰ ਮੈਟਰ ਐਂਡ ਇਟ ਇਜ਼ ਪਿਓਰਲੀ ਪਰਸਨਲ। ਮਤਲਬ ਇਹਦਾ ਸਾਰਵਜਨਿਕ ਕਿਸੇ ਵੀ ਰਿਲੀਜਨ 'ਚ ਬਿਲਕੁਲ, ਜਿਹੜਾ ਸੜਕਾਂ ਦੇ ਉੱਤੇ ਰੌਲਾ ਪਾਉਂਦੇ ਸਪੀਕਰ ਲਾ ਕੇ, ਜੋ ਅਸੀਂ ਭਜਨ ਕੀਰਤਨ ਮੰਡਲੀ ਜੋ ਕੁਝ ਵੀ ਕਰਦੇ, ਚਾਹੇ ਕੁਝ ਕਿਸੇ ਵੀ ਧਰਮ ਕੋਈ ਵੀ ਰਿਲੀਜਨ ਆ, ਮੈਂ ਕਿਸੇ ਰਿਲੀਜਨ ਦੇ ਨਾਲ ਮੇਰੀ ਕੋਈ ਇਸ ਤਰ੍ਹਾਂ ਦੀ ਨਹੀਂ, ਮੈਂ ਸਾਰਿਆਂ ਦਾ ਸਤਿਕਾਰ ਮਾਣ ਕਰਦਾ, ਪਰ ਉਹ ਰਿਲੀਜਨ ਦੇ ਵਿੱਚ ਜਿਹੜਾ ਸਾਰਾ ਜਿਹੜਾ ਰੌਲਾ ਰੱਪਾ ਨਾ, ਇਹਨੂੰ ਬੰਦ ਕੀਤਾ ਜਾਵੇ। ਇੱਕ ਲਾਈਨ ਦੇ ਵਿੱਚ ਇਹਦਾ ਫੈਸਲਾ ਹੋ ਸਕਦਾ, ਰਿਲੀਜਨ ਇਜ਼ ਪਿਓਰਲੀ ਪਰਸਨਲ ਐਂਡ ਇਨਡੋਰ ਮੈਟਰ। ਅੱਛਾ ਡਾਕਟਰ ਸਾਹਿਬ, ਅੱਜ ਵੀ ਕਈ ਵਾਰੀ ਦੇਖਿਆ ਜੀ, ਜਿਵੇਂ ਤੁਸੀਂ ਦੱਸਿਆ ਵੀ ਲੋਕ ਵਹਿਮਾਂ ਭਰਮਾਂ 'ਚ ਬੜੇ ਪਏ ਹੋਏ ਹੈ, ਵੀ ਕੋਈ ਕਹਿੰਦਾ ਵੀ ਉੱਥੇ ਚਲਾ ਜਾ, ਤੈਨੂੰ ਬਾਬਾ ਠੀਕ ਕਰ ਦਊਗਾ, ਅਸੀਂ ਰੋਜ਼ ਪੜ੍ਹਦੇ ਵੀ ਹਾਂ, ਬਿਲਕੁਲ ਪੜ੍ਹਦੇ। ਇਹਦਾ ਕਾਰਨ ਡਾਕਟਰ ਸਾਹਿਬ ਇਹੀ ਹੈ ਕਿ ਲੋਕ ਐਜੂਕੇਟ ਨਹੀਂ ਹੈ, ਤੇ ਸਰਕਾਰਾਂ ਲੋਕਾਂ ਨੂੰ ਐਜੂਕੇਟ ਕਰਨਾ ਨਹੀਂ ਚਾਹੁੰਦੀਆਂ। ਪਹਿਲੀ ਗੱਲ ਹੈ ਕਿ ਲੋਕ ਐਜੂਕੇਟ ਨਹੀਂ, ਦੂਸਰਾ ਜਿਹੜਾ ਇਹ ਸਾਰੇ ਬਾਬੇ ਜਿੰਨੇ ਵੀ ਖਾਸ ਕਰਕੇ ਪੰਜਾਬ ਦੇ ਵਿੱਚ ਹੈ, ਇਹਨਾਂ ਦੀਆਂ ਦੁਕਾਨਾਂ ਨੇ, ਇਹਨਾਂ ਦੁਕਾਨਾਂ ਪੈਸੇ ਕਮਾਉਣ ਵਾਲੀਆਂ ਦੁਕਾਨਾਂ ਨੇ, ਇਹ ਆਪਣੇ ਬੰਦੇ ਛੱਡਦੇ ਨੇ, ਉਹ ਬਾਬਾ ਬੜਾ ਕਰਨੀ ਵਾਲਾ, ਉਹ ਫਲਾਣਾ ਆ, ਉਹ ਆ,
ਕਰਨੀ ਵਾਲਾ ਕੀ ਆ? ਜੇ ਕਰਨੀ ਵਾਲਾ ਹੋਵੇ ਤੇ ਆਪ 10ਵੀਂ ਤੱਕ ਪੜ੍ਹ ਲੇ, ਉਹ ਤੇ ਪੜ੍ਹਿਆ ਹੀ ਨਹੀਂ ਹੁੰਦਾ, ਅਨਪੜ੍ਹ ਹੁੰਦਾ। ਦੂਸਰੀ ਗੱਲ ਕਿ ਸਰਕਾਰ ਵੀ ਚਾਹੁੰਦੀ ਹੈ ਵੀ ਲੋਕੀ ਇਸੇ ਤਰ੍ਹਾਂ ਹੀ ਤੁਰੇ ਰਹਿਣ, ਇਸੇ ਸਾਈਕਲ ਦੇ ਵਿੱਚ, ਤੇ ਉਹ ਸਾਨੂੰ ਕਦੇ ਕਿੰਤੂ ਹੀ ਨਾ ਕਰਨ, ਨਾ ਸਾਨੂੰ ਸਵਾਲ ਨਾ ਪੁੱਛਣ ਵੀ ਸਾਡੀ ਪ੍ਰੋਬਲਮ ਦੇ ਜ਼ਿੰਮੇਵਾਰ ਤੁਸੀਂ ਹੋ, ਚੁਣੀ ਹੋਈ ਸਰਕਾਰ ਹੋ, ਹਾਂਜੀ। ਉਹ ਬਾਬਾ ਜੀ ਅੱਗੇ ਮੱਥਾ ਟੇਕ ਦਿੰਦੇ ਆ ਤੇ ਸਾਰੇ ਡੇਰੇ ਵੇਖੋ ਫਲਰਿਸ਼ ਕਰ ਰਹੇ ਆ, ਕਿੱਥੇ ਦੇ ਕਿੱਥੇ ਪਹੁੰਚ ਗਏ ਹੈਗੇ ਆ। ਮਾੜਾ ਬੰਦਾ ਗਰੀਬ ਹੋਈ ਜਾਂਦਾ, ਜਿਹੜੇ ਉਹ ਵਿਚਾਰਾ 3 ਵੀਲਰ ਚਲਾ ਕੇ ਪੈਸੇ ਥੋੜੇ ਬਹੁਤੇ ਕਮਾਉਂਦਾ, ਉਹ ਉੱਥੇ ਡੇਰੇ ਚੜਾ ਆਉਂਦਾ। ਤੇ ਕਿਸ ਤਰ੍ਹਾਂ ਹੋਏਗੀ ਗੱਲ? ਇਹ ਨਹੀਂ ਹੋ ਸਕਦੀ। ਅੱਛਾ ਡਾਕਟਰ ਸਾਹਿਬ, ਸਰਕਾਰਾਂ ਦੀ ਪ੍ਰਾਇੋਰਟੀ ਹੋਣੀ ਕੀ ਚਾਹੀਦੀ ਹੈ ਤੇ ਪ੍ਰਾਇੋਰਟੀ ਹੈਗੀ ਕੀ? ਦੇਖੋ, ਸਰਕਾਰਾਂ ਦੀ ਪ੍ਰਾਇੋਰਟੀ, ਪਹਿਲੀ ਪ੍ਰਾਇੋਰਟੀ ਹੈਗੀ ਆ ਕਿ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ, ਉਹਨਾਂ ਦਾ ਸਾਇੰਟੀਫਿਕ ਟੈਂਪਰ ਡਿਵੈਲਪ ਕੀਤਾ ਜਾਵੇ ਤੇ ਲੋਕਾਂ ਨੂੰ ਟਰੂ ਜਿਹੜਾ ਸੱਚ ਸਾਇੰਟੀਫਿਕ ਨੌਲੇਜ ਆ ਉਹ ਇੰਪਾਰਟ ਕੀਤੀ ਜਾਵੇ। ਨੰਬਰ 2, ਲੋਕਾਂ ਦੀ ਸਿਹਤ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਆ, ਭਾਵੇਂ ਉਹ ਮਿਊਨਿਸਪਲ ਕਾਰਪੋਰੇਸ਼ਨ ਆ, ਭਾਵੇਂ ਸਿਹਤ ਡਿਪਾਰਟਮੈਂਟ ਆ, ਭਾਵੇਂ ਹੈਲਥ ਡਿਪਾਰਟਮੈਂਟ ਆ, ਭਾਵੇਂ ਮੈਡੀਕਲ ਕਾਲਜ ਆ, ਜਾਂ ਇਹਨਾਂ ਦੀ ਟ੍ਰੇਨਿੰਗ ਆ। ਇਹ ਸਰਕਾਰ ਨੂੰ ਇਹ ਜ਼ਿੰਮੇਵਾਰੀ ਨੰਬਰ 1 ਤੇ ਲੈਣੀ ਚਾਹੀਦੀ ਹੈ। ਤੀਸਰੀ ਗੱਲ ਆ, ਜਿਹੜੀਆਂ ਸਮਾਜ ਦੇ ਵਿੱਚ ਸੇਵਾਵਾਂ ਦੀ ਲੋੜ ਹੈ, ਬੁਢਾਪਾ ਪੈਨਸ਼ਨ ਆ ਜਾਂ ਹੋਰ ਆ, ਜਾਂ ਬਜ਼ੁਰਗਾਂ ਨੂੰ ਇਹਨਾਂ ਦਾ ਕਰਨਾ, ਜਾਂ ਗਰੀਬ ਆ, ਡਾਊਨ ਟਰੋਡਨ ਹੈਗੇ ਆ, ਜਾਂ ਬੱਚਿਆਂ ਨੂੰ ਸਕਾਲਰਸ਼ਿਪ ਦੇਣਾ ਤਾਂ ਕਿ ਉਹ ਵੀ ਪੜ੍ਹ ਸਕਣ, ਉਹਨਾਂ ਨੂੰ ਇਕੁਅਲ ਮੌਕੇ ਮਿਲਣ। ਇਹ 3-4 ਗੱਲਾਂ ਦੇ ਵੱਲ ਸਰਕਾਰ ਜੇ ਖਿਆਲ ਨਹੀਂ ਕਰਦੀ, ਸਾਇੰਟੀਫਿਕ ਟੈਂਪਰ ਨਹੀਂ ਡਿਵੈਲਪ ਕਰਦੀ, ਜੇ ਉਹਨਾਂ ਨੂੰ ਵਹਿਮਾਂ ਧਰਮਾਂ ਧਾਗੇ ਤਵੀਤ ਤੇ ਉਹਨਾਂ ਨੂੰ ਸਾਰੇ ਦੇ ਵਿੱਚ ਉਹ ਆਪਣੀ ਵਾਲ ਖਿਲਾਰ ਕੇ ਆਪਣੇ ਮਾਰੀ ਜਾਓ ਸਿਰ, ਤੇ ਨਾਲ ਉਹ ਬਾਬੇ ਆਪਣੇ ਪੈਸੇ ਕਮਾਈ ਜਾਂਦੇ ਨੇ ਸਾਰੇ। ਸੋ ਉਹਨਾਂ ਨੂੰ ਪੁੱਠੇ ਬੰਨੇ ਲਾ ਕੇ ਸਰਕਾਰ ਦਾ ਫਾਇਦਾ। ਹੁਣ ਤੁਸੀਂ ਵੇਖੋ ਕਿ ਅੱਗੇ ਸਕੂਲ ਜਾਂਦੇ ਸੀ, ਪੜ੍ਹਦੇ ਸੀ, ਟੀਚਰ ਨਾਲ ਇੰਟਰੈਕਸ਼ਨ ਸੀ, ਹੋਰ ਸੀ, ਉਹ ਸਾਰਾ ਵਰਚੁਅਲ ਕਰਤਾ। ਬੱਚੇ ਸਕੂਲ ਚੋਂ ਹੀ ਨਾ ਨਿਕਲ, ਸਾਰਿਆਂ ਨੂੰ ਪਾਸ ਕਰ ਦਿਓ ਜੀ, ਸਾਰਿਆਂ ਨੂੰ ਪਾਸ ਕਰ ਦਿਓ। ਕਿਉਂ? ਕਿਉਂਕਿ ਐਜੀਟੇਸ਼ਨ ਨਾ ਹੋਵੇ, ਇਸ ਕਰਕੇ ਉਹ ਸਭ ਨੂੰ ਪਾਸ ਹੀ ਕਰੀ ਜਾਂਦੇ ਨੇ। 12ਵੀਂ ਦਾ ਰਿਜ਼ਲਟ ਵੀ 100% ਆ ਗਿਆ ਜੀ, 10ਵੀਂ ਦਾ ਵੀ ਆ ਗਿਆ ਜੀ, 9ਵੀਂ ਦਾ ਵੀ ਆ ਗਿਆ। ਬੱਚੇ ਦਾ ਟੈਸਟ ਹੋਇਆ, ਪਤਾ ਨਹੀਂ ਹੋਇਆ ਕਿ ਕੀ ਹੋਇਆ। ਉਹ ਚਾਹੁੰਦੇ ਨੇ ਵੀ ਇਹ ਜਿੱਦਾਂ ਦੇ ਹੈਗੇ ਮੂਰਖ ਇਸੇ ਤਰ੍ਹਾਂ ਹੀ ਮੂਰਖ ਰਹਿਣ ਤੇ ਸਾਡਾ ਹਲਵਾ ਮੰਡਾ ਚੱਲਦਾ ਰਹੇ। ਤੇ ਡਾਕਟਰ ਸਾਹਿਬ, ਇਹ ਕਹਿ ਦਿੰਦੀਆਂ ਜਿਵੇਂ ਤੁਸੀਂ ਕਿਹਾ ਵੀ ਸਰਕਾਰ ਕਹਿੰਦੀ ਖਜ਼ਾਨਾ ਖਾਲੀ, ਲੋਕੀ ਤਾਂ ਹਰ ਚੀਜ਼ ਤੇ ਟੈਕਸ ਦਿੰਦੇ ਆ। ਦੇਖੋ ਜਿਹੜਾ ਜਿੰਨੇ 2 ਤਰ੍ਹਾਂ ਦੇ ਟੈਕਸ ਲਾਉਂਦੀ ਸਰਕਾਰ, ਇੱਕ ਡਾਇਰੈਕਟ ਤੇ ਇੱਕ ਇਨਡਾਇਰੈਕਟ। ਬਿਲਕੁਲ ਠੀਕ ਹੈ। ਤੁਸੀਂ ਮੰਨ ਲਓ ਤੁਸੀਂ ਮੈਰਿਜ ਸਰਟੀਫਿਕੇਟ ਹੀ ਬਣਾਉਣ ਜਾਣਾ ਤੇ 4-5 ਹਜ਼ਾਰ ਰੁਪਇਆ ਖਰਚਾ ਹੋ ਜਾਂਦਾ। ਮੈਂ ਤੁਹਾਨੂੰ ਦੱਸਿਆ ਤੇ ਸਰਕਾਰ ਦੇ ਫਿਰ ਖਜ਼ਾਨਾ ਖਾਲੀ, ਇਹਦਾ ਜ਼ਿੰਮੇਦਾਰ ਕੌਣ ਹੈ? ਖਜ਼ਾਨਾ ਭਰਨਾ ਕਿੰਨੇ ਹੈ? ਦੇਖੋ, ਇਹ ਕਿਹਦੀ ਜ਼ਿੰਮੇਵਾਰੀ ਹੈ ਵੀ ਖਜ਼ਾਨਾ ਭਰਨਾ ਕਿੰਨੇ ਹੈ? ਸਹੀ ਫੈਸਲੇ ਇੰਪਲੀਮੈਂਟ ਕਿੰਨੇ ਕਰਾਉਣੇ ਆ? ਆਮ ਕਾਮਨ ਬੰਦਾ ਜਿਹੜਾ ਹੈਗਾ ਉਹ 38 ਤਰ੍ਹਾਂ ਦੇ ਟੈਕਸ ਦਿੰਦਾ ਤੇ 3-4 ਮੇਜਰ ਟੈਕਸ ਨੇ, ਜਿਵੇਂ ਇਨਕਮ ਟੈਕਸ ਹੈਗਾ, ਐਕਸਾਈਜ਼ ਹੈ, ਸੈਂਟਰਲ ਐਕਸਾਈਜ਼ ਹੈ, ਡਿਊਟੀ ਹੈ, GST, ਇਹ ਤਾਂ ਦਿਸਦੇ ਨੇ ਨਾ। ਬਾਕੀ ਜਿਹੜੇ 38 ਤਰ੍ਹਾਂ ਦੇ ਟੈਕਸ ਨੇ ਉਹ ਤਾਂ ਸਾਨੂੰ ਦਿਸਦੇ ਹੀ ਨਹੀਂ। ਸਰਕਾਰ ਕੋਲ ਪੈਸੇ ਦੀ ਕੋਈ ਘਾਟ ਨਹੀਂ। ਇਟ ਇਜ਼ ਏ ਮਿਸਮੈਨੇਜਮੈਂਟ ਐਂਡ ਇਟ ਇਜ਼ ਏ ਡਿਸਟ੍ਰੀਬਿਊਸ਼ਨ, ਕਿ ਸੇਵਾਵਾਂ ਨੂੰ ਡਿਸਟ੍ਰੀਬਿਊਟ ਕਿੱਦਾਂ ਕਰਨਾ। ਪੈਸਾ ਜਿਹੜਾ ਇੰਨਾ ਇਕੱਠਾ ਹੁੰਦਾ ਆ, ਉਹ ਜਾਂ ਤੇ ਫਿਰ ਇਹ ਆਪੇ ਹੀ ਖਾ ਵੀ ਜਾਂਦੇ ਨੇ। ਕੋਈ ਇਹਨਾਂ ਨੇ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਜਿਹੜਾ ਸਾਨੂੰ ਨਹੀਂ ਪਤਾ ਲੱਗਦਾ, ਜਿਹੜੀਆਂ ਐਡਮਿਨਿਸਟ੍ਰੇਟਿਵ ਪ੍ਰਬੰਧਕੀ ਢਾਂਚਾ ਉਹ ਹੀ ਖਾ ਪੀ ਜਾਂਦਾ ਤੇ ਇਹ ਉਹਨਾਂ ਨਾਲ ਰਲੇ ਹੋਏ ਆ। ਜਿਹੜੀਆਂ ਗੱਲਾਂ ਇਹ ਕਰਕੇ ਪੈਸਾ ਕਮਾ ਸਕਦੇ ਆ, ਉਹਦੇ 'ਚੋਂ ਇਹ ਆਪ ਪੈਸਾ ਕਮਾਉਣ ਲੱਗ ਪੈਂਦੇ ਆ ਤੇ ਇਹ ਵਪਾਰੀ ਬਣ ਗਏ ਆ। ਇਹਨਾਂ ਦੀ ਜਿਹੜਾ ਸਾਰਾ ਕੁਝ ਸਿਸਟਮ ਆ, ਹੁਣ ਜਿਹੜਾ ਵੇਖੋ ਕੋਈ ਵੀ ਬੰਦਾ ਆ, ਉਹ ਅੱਜ ਕੱਲ੍ਹ ਚਿੱਟੇ ਕੱਪੜੇ ਪਾ ਕੇ ਜਾਂ ਰੰਗ ਬਰੰਗੇ ਕੱਪੜੇ ਪਾ ਕੇ, ਰੰਗਾਂ ਦੀਆਂ ਵੱਖ-ਵੱਖ ਦੀਆਂ ਪੱਗਾਂ ਬੰਨ ਕੇ, ਕੋਈ ਕਿਸੇ ਤਰ੍ਹਾਂ ਦਾ ਕਮੀਜ਼ ਪਾ ਲਿਆ, ਕਿਸੇ ਨੇ ਧੋਤੀ ਬੰਨ ਲਈ। ਇਹ ਸਾਰੇ ਬੰਦੇ ਪੋਲੀਟਿਕਸ 'ਚ ਕਿਉਂ ਆਉਣਾ ਚਾਹੁੰਦੇ ਨੇ? ਕੋਈ ਚੰਗਾ ਪ੍ਰੋਫੈਸਰ ਕਿਉਂ ਨਹੀਂ ਬਣਨਾ ਚਾਹੁੰਦਾ? ਕੋਈ ਸਾਇੰਟਿਸਟ ਕਿਉਂ ਨਹੀਂ ਬਣਨਾ ਚਾਹੁੰਦਾ? ਕੋਈ ਵਧੀਆ ਬੰਦਾ ਟੈਕਨੋਲੋਜਿਸਟ ਕਿਉਂ ਨਹੀਂ ਬਣਨਾ ਚਾਹੁੰਦਾ? ਪੋਲਿਟਿਕਸ, ਕਿਉਂਕਿ ਉਹਨਾਂ ਨੂੰ ਇਹਦੇ ਕੰਮ ਹੀ ਬੜਾ ਸੌਖਾ। ਚਿੱਟੇ ਕੱਪੜੇ ਪਾ ਜਾਓ, 4 ਨਾਅਰੇ ਪਾਏ, 5-7 ਵਾਰ ਆ, 1 ਅੱਧੀ ਵਾਰ ਡਾਂਗਾ ਖਾ ਲਓ, ਪੁਲਿਸ ਵਾਲਿਆਂ ਨੂੰ ਹੀ ਕਹਿ ਦਿਓ ਯਾਰ ਮੈਨੂੰ ਡਾਂਗਾ ਡੂੰਗਾ ਮਾਰ ਕੇ ਮੇਰਾ ਬਣਾ ਲਿਓ ਵੀਡੀਓ, ਤੇ ਉਹ ਆਪਣਾ ਲੀਡਰ ਬਣ ਜਾਂਦਾ। ਉਹ ਜਦੋਂ ਲੀਡਰ ਬਣ ਜਾਂਦਾ ਅੱਗੇ ਫੱਟੀ ਲਾ ਲੈਂਦਾ ਆਪਣੀ ਜੀਪ ਦੇ ਤੇ ਉਹ ਕੰਮ ਸ਼ੁਰੂ ਕਰ ਦਿੰਦਾ। ਮਤਲਬ ਫਿਰ ਉਹਨੂੰ ਲਾਇਸੈਂਸ ਮਿਲ ਜਾਂਦਾ, ਪੈਸੇ ਕਮਾਉਣ ਦਾ। ਤੇ ਇਹਨੂੰ ਜੇ ਹੋਰ ਤਿੱਖੇ ਲਫ਼ਜ਼ਾਂ 'ਚ ਕਹੀਏ ਤੇ ਫਿਰ ਉਹਦਾ ਨਾਂ ਕਰਪਸ਼ਨ। ਅਸਲ ਵਿੱਚ ਤੇ ਉਹਨਾਂ ਦੀ ਮੈਂਟਲ ਸੋਚ ਆ ਵੀ ਮੈਂ ਲੋਕਾਂ ਦੀ ਸੇਵਾ ਕਰਨੀ ਆ,
ਕਿ ਲੋਕਾਂ ਦੀ ਜੇਬ 'ਚੋਂ ਪੈਸੇ ਕੱਢਣੇ। ਅੱਛਾ ਡਾਕਟਰ ਸਾਹਿਬ, ਇੱਕ ਇਹਦੇ ਨਾਲ ਸਵਾਲ ਫਿਰ ਆਇਆ, ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਜਿਹੜੇ ਅਧਿਕਸ਼ ਨੇ, ਉਹ ਕਈ ਵਾਰੀ ਕਹਿੰਦੇ ਵੀ ਰਾਜਨੀਤੀ ਧੰਦਾ ਬਣ ਚੁੱਕੀ, ਬੜੀ ਬੜੀ ਸਟੇਜ ਤੋਂ ਉਹਨਾਂ ਨੇ ਕਿਹਾ ਹਾਂਜੀ, ਜੇ ਧੰਦਾ ਬਣ ਚੁੱਕੀ ਤੇ ਧੰਦਾ ਹੁਣ ਜਿਵੇਂ ਸਵੱਛ ਫਿਰ ਲੋਕਾਂ ਨੂੰ ਸਬਜ਼ੀ ਬਾਗ ਵਿਖਾਏ ਜਾ ਰਹੇ ਹਨ ਵੀ ਧੰਦਾ ਹੀ ਜਦੋਂ ਬਣ ਚੁੱਕੀ, ਧੰਦਾ ਮਤਲਬ ਵਪਾਰ, ਇਹਦਾ ਵਪਾਰ ਬਿਜ਼ਨਸ ਬਣ ਚੁੱਕਿਆ ਹੈ, ਕਰੋੜਾਂ ਰੁਪਏ ਲੱਗਦੇ ਆ ਪਹਿਲੇ ਸੀਟ ਲੈਣ ਤੇ, ਫਿਰ ਵੋਟਾਂ ਲੈਣ ਤੇ ਵੀ, ਤੇ ਇਹ ਕਿਸ ਤਰ੍ਹਾਂ ਇਹਦਾ ਸਮਾਜ ਦਾ ਸੁਧਾਰ ਕਿੱਦਾਂ ਹੋਏਗਾ? ਵੇਖੋ ਸਮਾਜ ਦਾ ਸੁਧਾਰ ਲੋਕਾਂ ਨੇ ਹੀ ਕਰਨਾ। ਜਦੋਂ ਲੋਕੀ ਇਕੱਠੇ ਹੋ ਕੇ ਸਵਾਲ ਪੁੱਛਣ ਲੱਗ ਗਏ ਵੀ ਸਾਡੇ ਕੋਲੋਂ ਤੁਸੀਂ ਇੰਨਾ ਇਸ ਪਿੰਡ ਨੇ ਟੈਕਸ ਦਿੱਤਾ ਹੈਗਾ, ਤੁਸੀਂ ਦੱਸੋ ਸਾਨੂੰ ਕੀ ਸੇਵਾਵਾਂ ਦਿੱਤੀਆਂ, ਤੇ ਉੱਥੇ ਵੜਨ ਨਾ ਦੇਣ ਬੰਦਿਆਂ ਨੂੰ, ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ, ਜਾਂ ਜਿੱਥੇ ਵੀ ਕੋਈ ਬੰਦਾ ਹੈਗਾ, ਫਿਰ ਕੋਈ ਸੁਧਾਰ ਹੋ ਸਕਦਾ, ਫਿਰ ਸ਼ਾਇਦ ਇਹ ਸੋਚਣ। ਪਰ ਇਹ ਕੋ ਪੁੱਠਾ ਸੋਚਣਗੇ, ਇਹਨਾਂ ਸਿੱਧਾ ਨਹੀਂ ਸੋਚਣਾ, ਮਤਲਬ ਇਹਨਾਂ ਦਾ ਫਿਰ ਉਹ ਧੰਦਾ ਖਤਮ ਹੁੰਦਾ ਸਿੱਧਾ ਨਹੀਂ। ਅੱਛਾ ਸਾਹਿਬ, ਜਿਵੇਂ ਐਜੂਕੇਸ਼ਨ ਔਰ ਹੈਲਥ ਪ੍ਰਾਇਰਟੀ ਤੁਹਾਨੂੰ ਲੱਗਦਾ ਇਸ ਕਰਕੇ ਵੀ ਨਹੀਂ ਰਹੀ ਕਿਉਂਕਿ ਨਾ ਤਾਂ ਸਰਕਾਰੀ ਸਕੂਲਾਂ 'ਚ ਸਰਕਾਰੀ ਅਫਸਰਾਂ ਦੇ ਬੱਚੇ ਪੜ੍ਹਦੇ ਆ, ਨਾ ਪੋਲੀਟੀਸ਼ੀਅਨਾਂ ਦੇ ਬੱਚੇ ਪੜ੍ਹਦੇ ਆ, ਨਾ ਹੀ ਸਰਕਾਰੀ ਹਸਪਤਾਲਾਂ 'ਚ ਪੋਲੀਟੀਸ਼ੀਅਨਾਂ ਦਾ ਇਲਾਜ ਹੁੰਦਾ। ਬਿਲਕੁਲ, ਸਾਡਾ ਬਹੁਤ ਸਾਲ ਪਹਿਲਾਂ ਦੀ ਗੱਲ ਹੈਗੀ ਹੈ ਕਿ ਸਾਡੇ ਸਿਹਤ ਮੰਤਰੀ ਸੀਗੇ, ਉਹਨਾਂ ਦਾ ਐਕਸੀਡੈਂਟ ਹੋ ਗਿਆ ਨਸ਼ਹਿਰਾ ਪੰਨੂਆਂ ਦੇ ਕੋਲ। ਅਸੀਂ ਸਾਰਿਆਂ ਨੂੰ, ਸਾਨੂੰ ਇੱਥੇ ਮਿਲ ਗਈ ਵੀ ਇਸ ਤਰ੍ਹਾਂ ਗੱਲ ਹੋਈ ਆ, ਉਹਨਾਂ ਦੇ ਕੋਈ ਸੱਟਾਂ ਜ਼ਿਆਦਾ ਲੱਗ ਗਈਆਂ। ਅਸੀਂ ਸਾਰਾ ਆਪਰੇਸ਼ਨ ਥੀਏਟਰ ਹੋਰ ਸਾਰਾ ਤੇ ICU ਜੋ ਕੁਝ ਵੀ ਸਾਡੇ ਕੋਲ ਉਸ ਵੇਲੇ ਹੈ ਸੀਗਾ, ਅਸੀਂ ਤਿਆਰ ਕਰਕੇ ਤੇ ਬਹਿ ਗਏ। SOS ਆ ਗਿਆ, ਸਾਰੇ ਡਿਪਾਰਟਮੈਂਟਾਂ ਦੇ ਇੱਕ ਦੋ ਬੰਦੇ ਉੱਥੇ ਆ ਗਏ। ਉਹ ਮੰਤਰੀ ਜੀ ਸਾਡੇ ਕੋਲ ਆਏ ਨਹੀਂ, ਕੱਕੜ ਹਸਪੀਟਲ ਜਾ ਕੇ ਦਾਖਲ ਹੋ ਗਏ। ਜਦੋਂ ਇੱਕ ਮੰਤਰੀ ਜਿਹੜਾ ਉਸ ਡਿਪਾਰਟਮੈਂਟ ਦਾ ਹੈਡ ਆ, ਉਹਦੇ ਮੈਡੀਕਲ ਕਾਲਜ ਦੇ ਵਿੱਚ ਇਲਾਜ ਨਹੀਂ ਕਰਵਾਉਣਾ ਚਾਹੁੰਦਾ, ਉਹਦੇ 'ਚ ਫੇਥ ਨਹੀਂ ਹੈ, ਉਹਦੇ 'ਚ ਫੇਥ ਹੀ ਨਹੀਂ ਹੈਗਾ। ਇਹਦਾ ਮਤਲਬ ਜੇ ਉਹਨਾਂ ਨੂੰ ਫੇਥ ਨਹੀਂ ਹੈਗਾ ਤੇ ਆਮ ਆਦਮੀ ਨੂੰ ਕਰੋ, ਕਹਿਣਗੇ ਫੇਥ ਕਰੋ, ਉਹ ਕਿਵੇਂ ਕਰੇਗਾ? ਅੱਛਾ ਡਾਕਟਰ ਸਾਹਿਬ, ਇਹਦਾ ਸਮਾਜ ਨੂੰ ਜੋ ਸਿਸਟਮ ਚੱਲ ਰਿਹਾ, ਚਾਹੇ ਉਹ ਬਿਮਾਰੀਆਂ ਨੂੰ ਲੈ ਕੇ ਹੈ, ਚਾਹੇ ਉਹ ਐਜੂਕੇਸ਼ਨ, ਹੈਲਥ ਐਜੂਕੇਸ਼ਨ ਦੋਨਾਂ ਨੂੰ ਲੈ ਕੇ ਹੈ, ਵੀ ਜੇ ਇਹੋ ਹੀ ਹਾਲਾਤ ਰਿਹਾ, ਸੁਧਰੇ ਨਾ, ਤੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਏਗਾ? ਦੇਖੋ ਆਉਣ ਵਾਲਾ ਸਮਾਂ ਮੈਂ ਤੇ ਇਹ ਸੋਚਦਾ, ਜਿਸ ਤਰ੍ਹਾਂ ਅਸੀਂ ਹੁਣ ਸਾਡੀ ਏਜ ਦੇ ਮੁਤਾਬਕ ਚਿੱਟੀ ਦਾੜੀ ਹੋਈ ਆ, ਸਾਨੂੰ ਇੰਜ ਲੱਗਦਾ ਵੀ ਮੈਨੂੰ ਤੇ ਅੱਗੇ ਡਾਰਕਨੈਸ ਹੀ ਸਾਰੀ ਦਿਸਦੀ ਹੈ, ਤੇ ਅੱਗੇ ਸਭ ਜਿਵੇਂ ਘੁੱਪ ਅੰਧੇਰ ਹੁੰਦਾ ਨਾ ਵੀ ਅੱਗੇ ਵੀ ਇਹ ਬਣੇਗਾ ਕੀ। ਅਸੀਂ ਰਾਤ ਨੂੰ ਇਹੋ ਹੀ ਸੋਚਦੇ ਰਹਿੰਦੇ ਆ ਕਿ ਇਹ ਜਿਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਇਹ ਕੀ ਆ। ਪੰਜਾਬ ਆ ਜਾਂ ਕੇਰਲਾ ਜਾਂ ਹੋਰ ਇੱਕ ਦੋ ਸਟੇਟ ਨੇ, ਗੁਜਰਾਤ ਵੀ ਹੈ, ਜਿਹੜੇ ਆਪਣੇ ਬੱਚਿਆਂ ਨੂੰ ਜਾਂ ਲੋਕਾਂ ਨੂੰ ਬਾਹਰ ਬਿਜ਼ਨਸ ਲਈ ਭੇਜ ਦਿੰਦੇ ਜਾਂ ਹੋਰ ਭੇਜ ਦਿੰਦੇ ਆ। ਦੂਜੀਆਂ ਸਟੇਟ ਦਾ ਕੀ ਬਣੇਗਾ ਜਿਨ੍ਹਾਂ ਕੋਲ ਵਿਚਾਰਿਆਂ ਕੋਲ ਕੋਈ ਸਾਧਨ ਹੀ ਨਹੀਂ, ਰਾਤ ਨੂੰ ਰੋਟੀ ਨਹੀਂ ਜਿਹਨੂੰ ਮਿਲਦੀ, ਉਹ ਬੰਦੇ ਨੇ ਜਹਾਜ਼ ਤੇ ਬਹਿਣ ਦੀ ਕੀ ਸੋਚਣੀ। ਸੋ ਸਾਨੂੰ ਤੇ ਘੁੱਪ ਹਨੇਰ ਲੱਗਦਾ, ਤੇ ਜੇ ਲੋਕੀ ਇਕੱਠੇ ਹੋ ਕੇ ਯੂਨਾਈਟਿਡਲੀ ਇਹਨਾਂ ਨੂੰ ਸਵਾਲ ਨਹੀਂ ਕਰਨਗੇ, ਸਾਰੀ ਰਾਜਨੀਤੀ ਦੇ ਵਿੱਚ ਜਿੰਨੇ ਬੰਦੇ ਨੇ ਉਹਨਾਂ ਨੂੰ, ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ, ਤੇ ਉਹਨਾਂ ਨੂੰ ਇਹ ਪੁੱਛਣ ਵੀ ਤੁਸੀਂ ਸਾਡਾ ਹੁਣ ਤੱਕ ਕੀ ਕੀਤਾ ਤੇ ਹੁਣ ਕਿਉਂ ਨਹੀਂ ਕਰ ਰਹੇ, ਤੇ ਆਹ ਕੁਝ ਸਾਡਾ ਜਿਹੜੀਆਂ ਇਹ ਪ੍ਰਾਇੋਰਟੀ ਸਾਡੀਆਂ ਦੱਸੋ ਕਿੱਥੇ ਨੇ, ਸਾਡੀ ਦਵਾਈ ਕਿੱਥੇ ਆ, ਸਾਡਾ ਹਸਪਤਾਲਾਂ 'ਚ ਸਸਤਾ ਇਲਾਜ ਕਿੱਥੇ ਹੈਗਾ, ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਫ੍ਰੀ ਕਿਉਂ ਨਹੀਂ ਹੋ ਰਹੀ, ਸਾਨੂੰ ਤੁਸੀਂ ਪ੍ਰਾਈਵੇਟ ਹਸਪੀਟਲਾਂ ਵੱਲ ਕਿਉਂ ਧੱਕ ਰਹੇ ਹੋ, ਸਾਨੂੰ ਕੋਈ ਕਾਲਜ ਯੂਨੀਵਰਸਿਟੀਆਂ ਜਿਹੜੇ ਇੰਨੇ ਪੈਸੇ ਲੈ ਕੇ ਦਾਖਲ ਕਰਦੀਆਂ ਉਧਰ ਨੂੰ ਦਾਖਲ ਕਰਨ ਵਾਸਤੇ ਕਿਉਂ ਕਹਿੰਦੇ ਹੋ, ਤੁਸੀਂ ਕਿਉਂ ਨਹੀਂ ਕਰ ਸਕਦੇ, ਤੇ ਆਪੇ ਹੱਲ ਹੋ ਜਾਏਗਾ। ਜਿੰਨਾ ਚਿਰ ਤੱਕ ਪਬਲਿਕ, ਕਿਉਂਕਿ ਪਬਲਿਕ ਕੋਲ ਵੋਟ ਦੀ ਪਾਵਰ ਹੈਗੀ ਹੈ, ਤੇ ਡਾਕਟਰ ਪਬਲਿਕ ਨੂੰ ਤੇ ਆਟਾ ਦਾਲ ਸਕੀਮ ਤੇ ਫ੍ਰੀ ਚ ਰਹਿ ਉਲਝਾਲ ਤੇ ਰੱਖਦਾ ਗਿਆ, ਕਿਉਂਕਿ ਉਹ ਉਹਨਾਂ ਦੀ ਸੋਚ ਉਹਨੀ ਕਿਹਾ, ਜਿਵੇਂ ਉਹਨਾਂ ਪੜ੍ਹਨ, ਜਿਵੇਂ ਤੁਸੀਂ ਦੱਸਿਆ ਜਦੋਂ ਐਜੂਕੇਸ਼ਨ ਨਹੀਂ ਦੇਵੇਗਾ ਕਿਸੇ ਨੂੰ ਤੇ ਉਹਨੇ ਦਾਲ ਰੋਟੀ ਤੱਕ ਹੀ ਰਹਿਣਾ। ਸਰ ਉਹ ਜਿਹੜੇ ਲੋਕਾਂ ਨੂੰ ਅਸੀਂ ਇੰਨਾ ਰੋਜ਼ ਦੀ ਰੋਜ਼ ਇੰਨਾ ਗਰੀਬ ਕਰੀ ਜਾ ਰਹੇ ਆ ਵੀ ਉਹਨਾਂ ਕੋਲ ਜਿੰਦਾ ਰਹਿਣ ਵਾਸਤੇ ਦਾਲ ਰੋਟੀ ਜੇ ਉਹਨੂੰ ਮਿਲ ਜੇ ਤੇ ਉਹ ਸਮਝਦਾ ਵੀ ਰੱਬਾ ਤੇਰਾ ਸ਼ੁਕਰ ਹੈ, ਉਹ ਇਹਨਾਂ ਨੂੰ ਤੇ ਕੁਐਰੀ ਨਹੀਂ ਕਰਦਾ, ਨਾ ਕੁਐਸਚਨ ਕਰਦਾ ਇਹਨਾਂ ਨੂੰ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਸਵਾਲ ਹੈ, ਡੇਂਗੂ ਡਾਕਟਰ ਸਾਹਿਬ ਜੇ ਹੋ ਜਾਏ, ਮਤਲਬ ਇੱਕ ਪੇਸ਼ੈਂਟ ਜਿਵੇਂ ਤੁਸੀਂ ਦੱਸਿਆ ਤੁਹਾਨੂੰ ਡੇਂਗੂ, ਤੁਹਾਨੂੰ ਦੂਸਰੀ ਵਾਰ ਵੀ ਮੱਛਰ ਲੜ ਸਕਦਾ ਤੇ ਉਹ ਜ਼ਿਆਦਾ ਖਤਰਨਾਕ ਹੋਏਗਾ ਜੇ ਦੂਸਰੀ ਵਾਰ ਪੋਸੀਬਲੀ ਹੋ ਸਕਦਾ। ਕੀ ਕਰਨਾ ਚਾਹੀਦਾ ਜੇ ਅੱਗੇ ਹੀ ਮੇਰੇ ਸੈੱਲ ਘੱਟ ਨੇ ਜਾਂ ਬਾਰਡਰ ਲਾਈਨ ਦੇ ਉੱਤੇ ਹੈਗਾ ਤੇ ਮੇਰੀ ਵੀਕਨੈਸ ਬੜੀ ਹੋ ਗਈ ਹੋਈ ਆ, ਜੇ ਉਹ ਦੁਬਾਰਾ ਹੋਏਗਾ ਤੇ ਇਹਦਾ ਮਤਲਬ ਇਹ ਆ ਵੀ ਮੈਨੂੰ ਜ਼ਿਆਦਾ ਉਹਦਾ ਫਿਰ ਨੁਕਸਾਨ ਹੋਏਗਾ। ਕੀ ਕਰਨਾ ਚਾਹੀਦਾ ਡਾਕਟਰ ਸਾਹਿਬ? ਉਹਦਾ ਇਹੋ ਹੀ ਆ ਵੀ ਪ੍ਰੀਵੈਂਟਿਵ ਮੈਜਰ ਲਓ, ਪਰ ਇਹ ਸਾਰੇ ਹੁਣ ਪਤਾ ਕੀ ਸੋਚ ਰਹੇ ਨੇ, ਇਹ ਸੋਚਦੇ ਆ ਵੀ ਜੇ ਟੈਂਪਰੇਚਰ ਜਿਹੜਾ ਰਾਤ ਦਾ 10 ਡਿਗਰੀ ਤੋਂ ਥੱਲੇ ਆ ਜੇ ਤੇ ਦਿਨ ਦਾ ਟੈਂਪਰੇਚਰ 20 ਡਿਗਰੀ ਕੋਲ ਆ ਜੇ ਤੇ ਮੱਛਰ ਮਰ ਜਾਏਗਾ, ਤੇ ਜਾਂ ਰੱਬਾ ਛੇਤੀ ਤੋਂ ਛੇਤੀ ਆ ਜੇ।
मतलब ये फिर एक अरदास रब अगे अरदास करना रब है अगे भी साडे करनी। साडे हथ जोड़े आ हाँ। डेंगू ने हथ खड़े करते साडे को कंट्रोल नहीं हो रहा ਅੱਜ श्रीनगर बर्फ पै गई आ ਇਹ ਤਾਪਮਾਨ ਥੱਲੇ ਆ ਜਾਣਾ ਤੇ ਮੱਛਰ ਮਰ ਜਾਣਾ तो फिर अगले साल दी अगली बार ਅਗਲੇ देखेंगे ਸਾਲ ਫਿਰ ਵੇਖਾਂਗੇ भी जेडी सरकार आएगी वो ਜਿਹੜੀ देखेगी ਸਰਕਾਰ ਉਹ ਵੇਖੇ धन्यवाद साहब ने गल कर ली थी। ये थे प्रोफेसर बलजीत सिंह ढिल्लों। इनका देखिए किस तरह उन्होंने बताया कि किस तरह सरकारें लोगों को बेवकूफ़ बना रही हैं। ना एजुकेशन प्रायोरिटी रही है और ना ही हेल्थ प्रायोरिटी रही है। हर साल बीमारियां आती हैं और हमें परेशान करती हैं। आपको अपना बचाव खुद करना है और लोगों को इन्होंने जो संदेश दिया है कि अपने अधिकार मांगे। ये नेता लोग कोई खराब नहीं बांट रहे हैं आपके पास, आप टैक्स देते हैं और ये राज कर रहे हैं। एक एक नेता के पास 20-20, 30-30 गनमैन हैं, सुरक्षा कर्मी लेकर घूमते हैं। हजारों करोड़ रुपए की इनके पास प्रॉपर्टी है और आम आदमी गरीब होता जा रहा है। अपना इलाज कराने के लिए नेता नहीं जाएंगे सरकारी अस्पताल में और ना ही इनके बच्चे जो सरकारी स्कूलों में पढ़ेंगे। इसका फैसला आपको करना है कि आपको इनसे सवाल अभी भी करना है या यूं ही पिसते रहना है। अमृतसर से D4 न्यूज के लिए दीपक भंडारी की खास रिपोर्ट।